ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਪਹਿਲਾ ਕੁਰਿੰਥੀਆਂ 15 ਦੀ 51। ਪਹਿਲਾ ਕੁਰਿੰਥੀਆਂ 15 ਦੀ 51 ਵਿੱਚੋਂ ਪੜਾਂਗੇ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਭੇ ਛਿਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜ ਲਈ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ, ਕਿਉਂਕਿ ਜੋ ਜ਼ਰੂਰ ਹੈ ਕਿ ਨਾਸ਼ਵਾਨ ਅਵਿਨਾਸ਼ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ। ਪਰ ਜਾਂ ਇਹ ਨਾਸ਼ਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ, ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਿਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਿਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਪੜੇ ਹੋਏ ਵਚਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ। ਸੱਚਮੁੱਚ ਮੇਰੇ ਮਹਾਨ ਪਿਤਾ ਖੁਦਾਵੰਦ ਪ੍ਰਭੂ ਯਿਸੂ ਮਸੀਹ, ਉਹ ਸਮਾਂ ਆ ਰਿਹਾ ਹੈ ਖੁਦਾਵੰਦ ਪ੍ਰਭੂ ਜੀ, ਜਦੋਂ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ ਖੁਦਾਵੰਦ ਪ੍ਰਭੂ ਯਿਸੂ ਮਸੀਹ। ਤੇ ਤੇਰਾ ਜੋ ਵਚਨ ਪ੍ਰਭੂ ਯਿਸੂ ਮਸੀਹ ਤੇਰੀ ਦੁਲਹਨ ਦੇ ਲਈ ਹੈ ਖੁਦਾਵੰਦਾ, ਵੀ ਤੂੰ ਉਸ ਨੂੰ ਰੈਪਚਰ ਵਿੱਚ ਲੈ ਕੇ ਜਾਵੇਂਗਾ, ਉਹ ਪੂਰਾ ਹੋ ਜਾਵੇਗਾ ਖੁਦਾਵੰਦਾ। ਲੇਕਿਨ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਜਦ ਤੱਕ ਤੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈਣ ਲਈ ਨਹੀਂ ਆ ਰਿਹਾ, ਉਦੋਂ ਤੱਕ ਦੁਲਹਨ ਤੇਰੇ ਵਚਨ ਦੇ ਨਾਲ ਸ਼ਿੰਗਾਰ ਕਰ ਰਹੀ ਹੈ ਖੁਦਾਵੰਦਾ। ਤੇ ਮੇਰੇ ਮਹਾਨ ਪਿਤਾ, ਹਰ ਇੱਕ ਪਰਖ ਦੇ ਵਿੱਚੋਂ ਤੇਰੀ ਦੁਲਹਨ ਪਾਸ ਹੁੰਦੀ ਹੈ, ਕਿਉਂਕਿ ਉਹ ਤੇਰੀ ਚੁਣੀ ਹੋਈ ਹੈ ਖੁਦਾਵੰਦ। ਕਿਉਂਕਿ ਪਰਖ ਨੂੰ ਪਾਸ ਸਿਰਫ ਖੁਦਾਵੰਦ ਤੇਰੇ ਆਤਮਿਕ ਲੋਕ ਕਰ ਸਕਦੇ ਹਨ, ਤੇਰੀ ਦੁਲਹਨ ਕਰ ਸਕਦੀ ਹੈ ਖੁਦਾਵੰਦ। ਤੇ ਬਾਕੀ ਮਨੁੱਖ ਖੁਦਾਵੰਦ ਪਰਖ ਵਿੱਚੋਂ ਫੇਲ ਹੋ ਜਾਂਦੇ ਹਨ, ਲੇਕਿਨ ਤੇਰੀ ਦੁਲਹਨ ਵਚਨ ਦੇ ਨਾਲ ਸ਼ਿੰਗਾਰ ਕਰਦੇ ਕਰਦੇ ਪਰਖਾਂ ਵਿੱਚੋਂ ਵੀ ਪਾਸ ਹੋ ਰਹੀ ਹੈ ਖੁਦਾਵੰਦ। ਕਿਉਂਕਿ ਮੇਰੇ ਮਹਾਨ ਪਿਤਾ, ਦੁਲਹਨ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੇਰਾ 50% ਹਿੱਸਾ ਹੈ ਖੁਦਾਵੰਦ। ਪ੍ਰਭੂ ਯਿਸੂ ਮਸੀਹ, ਜਦੋਂ ਵੀ ਤੂੰ ਆਏਗਾ ਤੇ ਮੈਂ ਵਿਸ਼ਵਾਸ ਕਰਦਾ ਖੁਦਾਵੰਦ ਪ੍ਰਭੂ ਯਿਸੂ ਮਸੀਹ, ਤੂੰ ਆਪਣੀ ਦੁਲਹਨ ਨੂੰ ਲੈਣ ਹੀ ਆ ਰਿਹਾ ਹੈ ਖੁਦਾਵੰਦਾ। ਤੇ ਖੁਦਾਵੰਦ ਪ੍ਰਭੂ ਯਿਸੂ ਮਸੀਹ, ਤੂੰ ਆਪਣੀ ਦੁਲਹਨ ਨੂੰ ਆਪਣੇ ਨਾਲ ਲੈ ਜਾਵੇਂਗਾ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ। ਅੱਜ ਦਾ ਸੰਦੇਸ਼ ਕੋਈ ਮਾਸ ਅਤੇ ਲਹੂ ਨਾ ਸੁਣਾਵੇ ਖੁਦਾਵੰਦ। ਅੱਜ ਦਾ ਸੰਦੇਸ਼ ਸੁਣਾਉਣ ਵਾਲਾ ਪ੍ਰਭੂ ਜੀ, ਸਮਝਾਉਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜਿਆ ਆ ਪਹਿਲਾ ਕੁਰਿੰਥੀਆਂ 15 ਦੀ 51 ਵਿੱਚ ਲਿਖਿਆ ਆ, ਕਹਿੰਦਾ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਆ, ਜੋ ਅਸੀਂ ਸਭੇ ਨਹੀਂ ਸੋਵਾਂਗੇ। ਭੇਤ ਕੀ ਆ? ਵੀ ਅਸੀਂ ਸਭੇ ਨਹੀਂ ਸੋਵਾਂਗੇ, ਕਿਉਂਕਿ ਖੁਦਾ ਨੇ ਵਾਅਦਾ ਕੀਤਾ ਵੀ ਮੈਂ ਤੁਹਾਨੂੰ ਰੈਪਚਰ ਦੇ ਵਿੱਚ ਲੈ ਕੇ ਜਾਵਾਂਗਾ। ਤੇ ਰੈਪਚਰ ਦੇ ਵਿੱਚ ਜਾਣ ਦੇ ਲਈ ਜ਼ਰੂਰੀ ਆ ਵੀ ਜਿਹੜੇ ਮਨੁੱਖ ਰੈਪਚਰ ਵਿੱਚ ਜਾਣ, ਉਹ ਜਿਉਂਦੇ ਹੋਣ, ਧਰਤੀ ਦੇ ਉੱਪਰ ਖੁਦਾ ਦਾ ਕੰਮ ਕਰਦੇ ਹੋਣ, ਤੇ ਉਹਨਾਂ ਨੂੰ ਖੁਦਾ ਲੈ ਕੇ ਜਾਵੇਗਾ। ਕਿਉਂਕਿ ਰੈਪਚਰ ਦੇ ਵਿੱਚ ਉਹਨੇ ਵਾਅਦਾ ਕੀਤਾ ਵੀ ਮੈਂ ਆਪਣੀ ਦੁਲਹਨ ਨੂੰ ਲੈ ਕੇ ਜਾਵਾਂਗਾ। ਅੱਗੇ ਲਿਖਿਆ ਆ, ਪਰ ਸਭੇ ਛਿਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕਣ ਲਈ ਤੁਰੀ ਫੂਕਦਿਆਂ ਸਾਰ ਹੋਰ ਤੇ ਹੋਰ ਹੋ ਜਾਵਾਂਗੇ। ਜਦੋਂ ਖੁਦਾਵੰਦ ਆਪਣੀ ਪਵਿੱਤਰ ਦੁਲਹਨ ਨੂੰ ਲੈਣ ਆਵੇਗਾ ਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਅਸੀਂ ਉਸ ਮਹਿਮਾ ਦੇ ਵਿੱਚ ਪਹੁੰਚ ਜਾਵਾਂਗੇ, ਉਸ ਮਹਿਮਾਮਈ ਸ਼ਰੀਰਾਂ ਦੇ ਵਿੱਚ ਪਹੁੰਚ ਜਾਵਾਂਗੇ। ਜਿਹੜੀ ਸਾਡੀ ਤੁਫੈਨੀ ਬੋਡੀ ਉੱਪਰ ਆ, ਅਸੀਂ ਉਹਦੇ ਵਿੱਚ ਚਲੇ ਜਾਵਾਂਗੇ। ਤੇ ਖੁਦਾ ਦੇ ਵਚਨ ਦੇ ਵਿੱਚ ਵਾਅਦਾ ਆ ਵੀ ਮੈਂ ਤੁਹਾਨੂੰ ਇੱਕ ਭੇਤ ਦੱਸ ਰਿਹਾ ਵੀ ਅਸੀਂ ਸਭੇ ਨਹੀਂ ਸੋਵਾਂਗੇ। ਲੇਕਿਨ ਜਿਹੜੇ ਲੋਕਾਂ ਨੇ ਰੈਪਚਰ ਦੇ ਵਿੱਚ ਜਾਣਾ ਆ, ਜ਼ਰੂਰੀ ਆ ਵੀ ਉਹ ਵਚਨ ਦੇ ਨਾਲ ਸ਼ਿੰਗਾਰੇ ਹੋਏ ਹੋਣ, ਹਰ ਇੱਕ ਪਰਖ ਦੇ ਵਿੱਚੋਂ ਪਾਸ ਹੋਏ ਹੋਣ। ਕਿਉਂਕਿ ਰੈਪਚਰ ਆਮ ਮਨੁੱਖ ਦਾ ਨਹੀਂ ਹੋਣਾ। ਜੇ ਅੱਜ ਬੰਦਾ ਸੋਚਦਾ ਵੀ ਮੈਂ ਚਰਚ ਵਿੱਚ ਆ ਗਿਆ, ਮੈਂ ਬੈਪਟਾਈਜ਼ ਲੈ ਲਿਆ ਤੇ ਸ਼ਾਇਦ ਮੇਰਾ ਰੈਪਚਰ ਹੋ ਜਾਵੇਗਾ, ਇਸ ਤਰ੍ਹਾਂ ਰੈਪਚਰ ਨਹੀਂ ਹੋਣਾ। ਜਦੋਂ ਤੱਕ ਤੁਸੀਂ ਪਰਖੇ ਨਹੀਂ ਜਾਂਦੇ, ਤਾਏ ਨਹੀਂ ਜਾਂਦੇ, ਅੱਗ ਦੀ ਭੱਠੀ ਵਿੱਚੋਂ ਨਹੀਂ ਨਿਕਲਦੇ ਤੁਸੀਂ, ਉਦੋਂ ਤੱਕ ਪਰਖ ਦੇ ਵਿੱਚੋਂ ਕੋਈ ਬੰਦਾ ਪਾਸ ਨਹੀਂ ਹੁੰਦਾ। ਕਿਉਂਕਿ ਖੁਦਾਵੰਦ ਹਰੇਕ ਮਨੁੱਖ ਨੂੰ ਪਰਖਦਾ ਆ। ਰੈਪਚਰ ਤਾਂ ਉਹਦਾ ਵਾਅਦਾ ਆ, ਰੈਪਚਰ ਤਾਂ ਹੋਣਾ ਆ, ਲੇਕਿਨ ਰੈਪਚਰ ਉਹਨਾਂ ਲੋਕਾਂ ਦਾ ਹੋਣਾ ਜਿਹੜੇ ਲੋਕ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਆ, ਨਾ ਕਿ ਗਿਆਨ ਦੇ ਨਾਲ। ਅੱਜ ਅਸੀਂ ਵੇਖਦੇ ਹਾਂ ਲੋਕ ਗਿਆਨ ਦੇ ਨਾਲ ਭਰੇ ਆ, ਲੋਕਾਂ ਕੋ ਲਿਖਤਾਂ ਆ, ਉਹ ਲਿਖਤਾਂ ਦੇ ਨਾਲ ਪੜ੍ਹ ਕੇ ਸੋਚਦੇ ਵੀ ਸਾਡਾ ਰੈਪਚਰ ਹੋ ਜਾਵੇਗਾ। ਲੇਕਿਨ ਜੇ ਤੁਸੀਂ ਉਹਨਾਂ ਦੇ ਜੀਵਨ ਚੈੱਕ ਕਰੋ ਤੇ ਲੋਕਾਂ ਦੇ ਜੀਵਨ ਬੜੇ ਹੀ ਨਿਕੰਮੇ ਆ ਤੇ ਵਚਨ ਤੋਂ ਬਾਹਰ ਲੋਕ ਕੰਮ ਕਰਦੇ ਆ। ਇੱਕ ਸਮਾਂ ਸੀ ਜਦੋਂ ਲੋਕ ਬਾਲ ਦੀ ਉਪਾਸਨਾ ਕਰਦੇ ਸੀਗੇ ਏਲੀਆ ਦੇ ਸਮੇਂ, ਤੇ ਏਲੀਆ ਨੇ ਕਿਹਾ ਸੀ ਜਾਂ ਤਾਂ ਬਾਲ ਦੀ ਉਪਾਸਨਾ ਕਰੋ ਜਾਂ ਸੱਚੇ ਜਿਉਂਦੇ ਖੁਦਾ ਦੀ ਉਪਾਸਨਾ ਕਰੋ, ਤੁਹਾਨੂੰ ਇੱਕ ਨੂੰ ਚੁਣਨਾ ਪੈਣਾ। ਲੇਕਿਨ ਅੱਜ ਵੀ ਇਸੇ ਤਰ੍ਹਾਂ ਆ, ਅੱਜ ਵੀ ਮਸੀਹ ਲੋਕ ਬਾਲ ਦੀ ਉਪਾਸਨਾ ਕਰਦੇ ਆ ਤੇ ਉਹ ਕਹਿੰਦੇ ਅਸੀਂ ਤਾਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ, ਸਾਡਾ ਰੈਪਚਰ ਹੋ ਜਾਵੇਗਾ। ਇਸ ਤਰ੍ਹਾਂ ਨਹੀਂ ਆ।
ਬਾਲ ਦੀ ਉਪਾਸਨਾ ਕੀ ਆ? ਜਦੋਂ ਕੋਈ ਬੰਦਾ ਵਚਨ ਤੋਂ ਬਾਹਰ ਕੁਝ ਵੀ ਕਰਦਾ ਆ, ਕੋਈ ਵੀ ਕੰਮ ਵਚਨ ਤੋਂ ਬਾਹਰ ਇੱਕ ਭੈਣ ਭਾਈ ਕਰਦਾ, ਉਹ ਬਾਲ ਦੀ ਹੀ ਉਪਾਸਨਾ ਹੈ। ਜੇ ਤੁਸੀਂ ਵਚਨ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਕਰਦੇ ਹੋ ਸੰਸਾਰਿਕ, ਉਹਦਾ ਮਤਲਬ ਕੀ ਆ? ਵੀ ਤੁਸੀਂ ਬਾਲ ਦੀ ਉਪਾਸਨਾ ਕਰ ਰਹੇ ਹੋ, ਤੁਸੀਂ ਸ਼ੈਤਾਨ ਦੀ ਉਪਾਸਨਾ ਕਰ ਰਹੇ ਹੋ, ਤੁਸੀਂ ਭਲੇ ਬੁਰੇ ਦੇ ਵਿਰਕਸ਼ ਤੋਂ ਖਾ ਰਹੇ ਹੋ। ਇਹੋ ਜਿਹਾ ਮਨੁੱਖ ਕੀ ਰੈਪਚਰ ਵਿੱਚ ਜਾ ਸਕਦਾ? ਕਿ ਇਹੋ ਜਿਹਾ ਮਨੁੱਖ ਆਪਣੇ ਆਪ ਨੂੰ ਕਹਿ ਸਕਦਾ ਆ ਵੀ ਅਸੀਂ ਵੀ ਖੁਦਾ ਵਿੱਚ ਅਮਰ ਹੋ ਜਾਵਾਂਗੇ? ਉਹ ਬੰਦਾ ਅਮਰ ਨਹੀਂ ਹੋ ਸਕਦਾ। ਅਮਰ ਉਹੀ ਹੋਣਗੇ ਜਿਹੜੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਚੁਣੇ ਗਏ ਆ ਤੇ ਜਿਨ੍ਹਾਂ ਨੇ ਖੁਦਾ ਦੇ ਵਚਨ ਨੂੰ ਪਹਿਲ ਦਿੱਤੀ ਆ। ਤੇ ਉਹ ਲੋਕ ਕਹਿੰਦੇ ਹਨ ਵੀ ਖੁਦਾ ਦਾ ਵਚਨ ਹੀ ਸਾਡਾ ਜੀਵਨ ਆ। ਉਹੀ ਲੋਕ ਖੁਦਾ ਦੇ ਸੱਚੇ ਲੋਕ ਆ ਤੇ ਉਹੀ ਲੋਕ ਰੈਪਚਰ ਦੇ ਵਿੱਚ ਜਾਣਗੇ। ਖੁਦਾ ਨੇ ਵਾਅਦਾ ਤਾਂ ਕੀਤਾ ਆ ਵੀ ਤੁਸੀਂ ਸਭੇ ਨਹੀਂ ਸੋਵੋਗੇ, ਵੀ ਤੁਹਾਨੂੰ ਰੈਪਚਰ ਦੇ ਵਿੱਚ ਲੈ ਕੇ ਜਾਇਆ ਜਾਵੇਗਾ। ਲੇਕਿਨ ਇੱਕ ਮਨੁੱਖ ਦਾ ਇੱਕ ਮਸੀਹ ਜੀਵਨ ਵੀ ਹੋਣਾ ਚਾਹੀਦਾ। ਜੇ ਮਸੀਹ ਜੀਵਨ ਨਹੀਂ ਆ ਤੇ ਬੰਦਾ ਰੈਪਚਰ ਦੇ ਵਾਅਦੇ ਨੂੰ ਭੁੱਲ ਜਾਵੇ, ਕਿਉਂਕਿ ਰੈਪਚਰ ਦਾ ਵਾਅਦਾ ਚੁਣੇ ਹੋਇਆਂ ਦੇ ਲਈ ਆ ਤੇ ਚੁਣਿਆ ਹੋਇਆ ਮਨੁੱਖ ਕਦੇ ਵੀ ਖੁਦਾ ਦੇ ਵਚਨ ਦਾ ਇਨਕਾਰ ਨਹੀਂ ਕਰਦਾ। ਖੁਦਾ ਦਾ ਵਚਨ ਹਮੇਸ਼ਾ ਖੁਦਾ ਦੀ ਵਿਵਸਥਾ ਤੇ ਚੱਲਦਾ ਆ। ਉਹ ਕਹਿੰਦਾ ਪ੍ਰਭੂ ਜੀ ਜੋ ਤੇਰਾ ਵਚਨ ਸਾਨੂੰ ਕਹੇਗਾ ਅਸੀਂ ਉਹੀ ਕਰਨਾ ਹੈ, ਕਿਉਂਕਿ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਬੰਦੇ ਦੀ ਇਹੀ ਨਿਸ਼ਾਨੀ ਹੁੰਦੀ ਆ, ਉਹ ਹਰ ਵਚਨ ਤੇ ਆਮੀਨ ਬੋਲਦਾ ਆ, ਕਿਉਂਕਿ ਉਹਨੂੰ ਪਤਾ ਆ ਵੀ ਜੋ ਖੁਦਾ ਬੋਲਦਾ ਆ, ਖੁਦਾ ਦਾ ਵਚਨ ਬੋਲਦਾ, ਉਹ ਸੱਚ ਹੈ। ਜਦੋਂ ਯੀਸ਼ੂ ਮਸੀਹ ਧਰਤੀ ਤੇ ਸੀ, ਉਹਦੇ ਚੇਲੇ ਨਾਲ ਸੀਗੇ ਤੇ 70 ਯੀਸ਼ੂ ਮਸੀਹ ਨੂੰ ਛੱਡ ਕੇ ਚਲੇ ਗਏ, ਠੋਕਰ ਖਾ ਗਏ। ਤੇ ਉਹ 12 ਨੂੰ ਕਹਿੰਦਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ? ਤੇ ਪਤਰਸ ਨੇ ਕਿਹਾ ਪ੍ਰਭੂ ਜੀ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ? ਹੋ ਸਕਦਾ ਆ ਜੋ ਪ੍ਰਭੂ ਕਹਿੰਦਾ ਸੀ ਪਤਰਸ ਉਹਨਾਂ ਦੇ ਪੂਰੀ ਗੱਲ ਸਮਝ ਚ ਨਾ ਲੱਗਦੀ ਹੋਵੇ, ਕਿਉਂਕਿ ਉਦੋਂ ਉਹਨਾਂ ਦੇ ਕੋਲ ਪਵਿੱਤਰ ਆਤਮਾ ਨਹੀਂ ਸੀਗਾ। ਲੇਕਿਨ ਫਿਰ ਵੀ ਉਹ ਲੋਕ ਚੁਣੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਪ੍ਰਭੂ ਜੀ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ? ਤੇ ਉਹਨਾਂ ਲੋਕਾਂ ਨੇ ਖੁਦਾ ਨੂੰ ਛੱਡਿਆ ਨਹੀਂ, ਉਹ ਖੁਦਾ ਦੇ ਨਾਲ ਬਣੇ ਰਹੇ। ਲੇਕਿਨ 70 ਚੇਲੇ ਖੁਦਾ ਨੂੰ ਛੱਡ ਕੇ ਚਲੇ ਗਏ। ਕਿਉਂ ਚਲੇ ਗਏ? ਕਿਉਂਕਿ ਉਹ ਸਭ ਵਚਨ ਦੇ ਉੱਪਰ ਚੱਲਣਾ ਨਹੀਂ ਸੀ ਚਾਹੁੰਦੇ, ਉਹ ਖੁਦਾ ਦੇ ਵਚਨ ਨੂੰ ਛੱਡ ਕੇ ਚਲੇ ਗਏ। ਤੇ ਇਸ ਕਰਕੇ ਜੇ ਕੋਈ ਮਨੁੱਖ ਵਚਨ ਤੋਂ ਬਾਹਰ ਕੰਮ ਕਰਦਾ ਆ ਜਾਂ ਵਚਨ ਨੂੰ ਛੱਡ ਦਿੰਦਾ ਆ ਤੇ ਉਹ ਉਸ ਵਾਅਦੇ ਦਾ ਅਧਿਕਾਰੀ ਨਹੀਂ ਆ ਜਿਹੜਾ ਵਾਅਦਾ ਰੈਪਚਰ ਦਾ ਆ। ਕਿਉਂਕਿ ਯੀਸ਼ੂ ਮਸੀਹ ਨੇ ਕਿਹਾ ਸੀਗਾ ਤੁਸੀਂ ਮੇਰੇ ਮਗਰ ਹੋ ਤੁਰੇ ਹੋ ਤੇ ਤੁਸੀਂ ਮੇਰੇ ਨਾਲ ਸਿੰਘਾਸਨਾਂ ਤੇ ਬੈਠੋਗੇ। ਉਹਨੇ ਚੇਲਿਆਂ ਨੂੰ ਕਿਹਾ ਸੀਗਾ। ਹੁਣ ਸਿੰਘਾਸਨ ਤੇ ਉਹੀ ਬੈਠੇਗਾ ਜਿਹੜਾ ਜਿੱਤੇਗਾ, ਕਿਉਂਕਿ ਪ੍ਰਕਾਸ਼ ਦੀ ਪੋਥੀ ਕਹਿੰਦੀ ਹੈ ਜਿਹੜਾ ਜਿੱਤ ਪ੍ਰਾਪਤ ਕਰੇਗਾ ਉਹ ਸਿੰਘਾਸਨ ਤੇ ਮੇਰੇ ਨਾਲ ਬੈਠੇਗਾ। ਜਿੱਤ ਪ੍ਰਾਪਤ ਕਰਨੀ ਪੈਣੀ ਹੈ ਸੰਸਾਰ ਦੇ ਵਿੱਚ ਉਸ ਰੈਪਚਰ ਨੂੰ ਪ੍ਰਾਪਤ ਕਰਨ ਦੇ ਲਈ। ਅੱਜ ਮਨੁੱਖ ਸੋਚਦਾ ਆ ਵੀ ਐਵੇਂ ਹੀ ਰੈਪਚਰ ਹੋ ਜਾਣਾ, ਕਿਤੇ ਚਰਚ ਆ ਗਏ, ਬੈਪਟਾਈਜ਼ ਲੈ ਲਿਆ, ਰੈਪਚਰ ਹੋ ਜਾਵੇਗਾ। ਇਸ ਤਰ੍ਹਾਂ ਰੈਪਚਰ ਨਹੀਂ ਹੋਣਾ, ਠੀਕ ਹੈ ਨਾ। ਰੈਪਚਰ ਹੋਣਾ ਆ ਉਸ ਮਨੁੱਖ ਦਾ ਜਿਹੜਾ ਪਵਿੱਤਰ ਆਤਮਾ ਦੇ ਵਿੱਚ ਹੋ ਕੇ ਚੱਲਦਾ ਆ, ਜਿਹਦੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਆ। ਤੇ ਜੋ ਖੁਦਾ ਦਾ ਵਚਨ ਕਹਿੰਦਾ ਉਹ ਮਨੁੱਖ, ਉਹ ਭੈਣ ਭਾਈ ਉਹੀ ਕੰਮ ਕਰਦਾ ਆ, ਚਾਹੇ ਉਹ ਕੋਈ ਵਿਸ਼ਵਾਸੀ ਹੋਵੇ ਚਾਹੇ ਉਹ ਖੁਦਾ ਦਾ ਸੇਵਕ ਹੋਵੇ। ਵਚਨ ਦੇ ਵਿੱਚ ਦੋਨਾਂ ਨੂੰ ਹੀ ਚੱਲਣਾ ਪੈਣਾ ਆ। ਇਹਦਾ ਕੋਈ ਮਤਲਬ ਨਹੀਂ ਵੀ ਕੋਈ ਕਵੇ ਮੈਂ ਵਚਨ ਤੋਂ ਬਾਹਰ ਕੰਮ ਕਰ ਰਿਹਾ, ਮੈਂ ਚਰਚ ਆ ਜਾਂਦਾ ਆ। ਇਸ ਤਰ੍ਹਾਂ ਨਹੀਂ ਹੋ ਸਕਦਾ। ਜਦੋਂ ਤੱਕ ਤੁਸੀਂ ਵਚਨ ਦੇ ਦਾਇਰੇ ਵਿੱਚ ਹੋ ਕੇ ਨਹੀਂ ਚੱਲਦੇ, ਉਦੋਂ ਤੱਕ ਖੁਦਾ ਦੀ ਨਜ਼ਰਾਂ 'ਚ ਕੋਈ ਵੀ ਮਨੁੱਖ ਸਹੀ ਨਹੀਂ ਹੈ। ਕਿਉਂਕਿ ਖੁਦਾਵੰਦ ਚਾਹੁੰਦਾ ਆ ਜੋ ਕਹਿੰਦਾ ਆ ਤੁਸੀਂ ਉਹੀ ਕੰਮ ਨੂੰ ਕਰੋ। ਜੇ ਇਸ ਤਰ੍ਹਾਂ ਕੋਈ ਨਹੀਂ ਕਰਦਾ ਤੇ ਫਿਰ ਉਹ ਆਪਣੀ ਮਰਜ਼ੀ ਦੇ ਵਿੱਚ ਚੱਲਦਾ, ਤੇ ਆਪਣੀ ਮਰਜ਼ੀ ਕੀ ਆ? ਮੌਤ ਆ। ਲੇਕਿਨ ਖੁਦਾ ਦੀ ਮਰਜ਼ੀ ਅਨੰਤ ਜੀਵਨ ਆ। ਜੇ ਮਨੁੱਖ ਆਪਣੀ ਮਰਜ਼ੀ ਕਰਦਾ ਤੇ ਸਮਝ ਲਓ ਉਹ ਆਪਣੀ ਸਮਝ ਦਾ ਸਹਾਰਾ ਲੈ ਰਿਹਾ। ਤੇ ਖੁਦਾ ਦਾ ਵਚਨ ਕਹਿੰਦਾ ਆਪਣੀ ਸਮਝ ਦਾ ਸਹਾਰਾ ਨਹੀਂ ਲੈਣਾ। ਖੁਦਾ ਦਾ ਵਚਨ ਦੱਸੇਗਾ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਕਿੱਦਾਂ ਦਾ ਤੁਸੀਂ ਜੀਵਨ ਬਤੀਤ ਕਰਨਾ, ਇਹ ਖੁਦਾ ਦਾ ਵਚਨ ਦੱਸੇਗਾ ਤੁਹਾਨੂੰ। ਅਸੀਂ ਕੱਢਾਂਗੇ ਰੋਮੀਆਂ 8:5 ਦੇ ਵਿੱਚ ਲਿਖਿਆ ਆ, ਰੋਮੀਆਂ 8:5 ਵਿੱਚ ਲਿਖਿਆ ਆ, ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ, ਪਰ ਜਿਹੜੇ ਆਤਮਕ ਹਨ ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ। ਰੋਮੀਆਂ 8:5 ਚ ਲਿਖਿਆ, ਕਹਿੰਦੇ ਜਿਹੜੇ ਸਰੀਰਕ ਹਨ, ਸਰੀਰਕ ਬੰਦਾ ਕਿਹੜਾ ਹੁੰਦਾ? ਜਿਹਦੇ ਅੰਦਰ ਕੋਈ ਵੀ ਆਤਮਾ ਕੰਮ ਨਹੀਂ ਕਰ ਰਿਹਾ, ਖੁਦਾ ਦਾ ਪਵਿੱਤਰ ਆਤਮਾ ਉਸ ਬੰਦੇ ਅੰਦਰ ਕੰਮ ਨਹੀਂ ਕਰ ਰਿਹਾ। ਉਹ ਬੰਦਾ ਸਰੀਰਕ ਆ, ਸਰੀਰ ਦੇ ਨਾਲ ਜੁੜਿਆ ਹੋਇਆ, ਸੰਸਾਰ ਦੇ ਨਾਲ ਜੁੜਿਆ ਹੋਇਆ ਬੰਦਾ, ਉਹ ਬੰਦਾ ਸਰੀਰਕ ਹੁੰਦਾ।
ਜਿਹਨੂੰ ਖੁਦਾ ਦੇ ਵਚਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ, ਉਹ ਬੰਦਾ ਸਰੀਰਕ ਹੁੰਦਾ ਆ। ਉਹਨੂੰ ਸਿਰਫ ਆਪਣੇ ਤੱਕ ਮਤਲਬ ਹੁੰਦਾ, ਉਹ ਬੰਦਾ ਸਰੀਰਕ ਹੁੰਦਾ ਆ। ਤੇ ਸਰੀਰਕ ਬੰਦਾ ਹੀ ਸ਼ੈਤਾਨ ਹੁੰਦਾ ਆ। ਕਿਉਂਕਿ ਯੀਸ਼ੂ ਮਸੀਹ ਨੇ ਕੀ ਕਿਹਾ ਸੀਗਾ ਪਤਰਸ ਨੂੰ, ਜਦੋਂ ਪਤਰਸ ਯੀਸ਼ੂ ਮਸੀਹ ਨੂੰ ਕਹਿ ਰਿਹਾ ਸੀਗਾ ਵੀ ਪ੍ਰਭੂ ਤੇਰੇ ਨਾਲ ਇਸ ਤਰ੍ਹਾਂ ਕਦੇ ਨਾ ਹੋਵੇ, ਜਦੋਂ ਪ੍ਰਭੂ ਕਹਿ ਰਿਹਾ ਸੀਗਾ ਵੀ ਮੈਂ ਹੁਣ ਫੜਾਇਆ ਜਾਵਾਂਗਾ ਤੇ ਮੈਨੂੰ ਮਾਰ ਦਿੱਤਾ ਜਾਵੇਗਾ, ਤੇ ਪਤਰਸ ਇਮੋਸ਼ਨਲ ਹੋ ਗਿਆ। ਉਹ ਕਹਿੰਦਾ ਪ੍ਰਭੂ ਤੇਰੇ ਨਾਲ ਇਸ ਤਰ੍ਹਾਂ ਕਦੇ ਨਾ ਹੋਵੇ। ਤੇ ਪ੍ਰਭੂ ਨੇ ਉਹਨੂੰ ਡਾਂਟ ਕੇ ਕਿਹਾ ਸੀ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹਟ, ਤੂੰ ਖੁਦਾ ਦੀ ਨਹੀਂ ਸਗੋਂ ਮਨੁੱਖਾਂ ਜੀਆਂ ਗੱਲਾਂ ਕਰਦਾ ਆ। ਤੂੰ ਕਹਿੰਦਾ ਮਨੁੱਖਾਂ ਜੀਆਂ ਗੱਲਾਂ ਕਰਦਾ। ਉਹ ਸਰੀਰਕ ਗੱਲ ਕਰ ਰਿਹਾ ਸੀਗਾ ਵੀ ਪ੍ਰਭੂ ਤੇਰੇ ਨਾਲ ਇਦਾਂ ਕਦੇ ਨਾ ਹੋਵੇ। ਤੇ ਦੇਖੋ ਇੱਥੇ ਲਿਖਿਆ ਜਿਹੜੇ ਸਰੀਰਕ ਹਨ ਉਹ ਸਰੀਰ ਦੀ ਅਵਸਥਾ ਤੇ ਮਨ ਲਾਉਂਦੇ। ਕਹਿਣ ਦਾ ਮਤਲਬ ਸਰੀਰਕ ਲੋਕ ਜਿਹੜੇ ਹੁੰਦੇ ਆ ਉਹ ਸ਼ੈਤਾਨ ਹੀ ਹੁੰਦੇ ਆ, ਕਿਉਂਕਿ ਵਚਨ ਦੇ ਨਾਲ ਕੋਈ ਲੈਣਾ ਦੇਣਾ ਉਹਨਾਂ ਲੋਕਾਂ ਦਾ ਨਹੀਂ ਹੁੰਦਾ। ਉਹਨਾਂ ਨੂੰ ਸਿਰਫ ਸਰੀਰਕ ਅਵਸਥਾ ਦੀ ਚੀਜ਼ਾਂ ਤਾਂ ਉਹਨਾਂ ਨੂੰ ਚਾਹੀਦੀਆਂ ਆ, ਸਰੀਰਕ ਚੀਜ਼ਾਂ ਹੀ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ। ਉਹ ਸਰੀਰਕ ਗੱਲਾਂ ਉੱਤੇ ਹੀ ਮਨ ਲਾਉਂਦੇ ਹਨ। ਕਿਉਂ? ਜੋ ਸਰੀਰਕ ਮਨਸ਼ਾ ਮੌਤ ਹੈ ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਹੁਣ ਲੋਕ ਕਹਿ ਦਿੰਦੇ ਆ ਸਰੀਰਕ ਬੰਦੇ ਨੂੰ ਤੁਸੀਂ ਸ਼ੈਤਾਨ ਕਹਿ ਰਹੇ ਹੋ। ਜੇ ਸਰੀਰਕ ਬੰਦਾ ਸ਼ੈਤਾਨ ਹੈ ਤੇ ਤਾਂ ਹੀ ਤਾਂ ਲਿਖਿਆ ਆ ਕਿਉਂ ਜੋ ਸਰੀਰਕ ਮਨਸ਼ਾ ਮੌਤ ਹੈ। ਸਰੀਰਕ ਮਨਸ਼ਾ ਕੀ ਆ? ਸਰੀਰਕ ਮਨਸ਼ਾ ਸਰੀਰਕ ਬੰਦੇ ਨੂੰ ਮੌਤ ਵੱਲ ਲੈ ਕੇ ਜਾਂਦੀ ਆ, ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਆਤਮਿਕ ਮਨਸ਼ਾ ਕੀ ਹੁੰਦੀ ਆ? ਜੀਵਨ ਅਤੇ ਸ਼ਾਂਤੀ। ਜਿਹੜਾ ਆਤਮਿਕ ਬੰਦਾ ਹੁੰਦਾ ਆ ਉਹ ਕੀ ਕਰਦਾ ਆ? ਖੁਦਾ ਦੇ ਵਚਨ ਦੇ ਦਾਇਰੇ ਵਿੱਚ ਰਹਿੰਦਾ ਹੈ ਹਮੇਸ਼ਾ। ਉਹ ਕਦੇ ਵੀ ਦਾਇਰੇ ਤੋਂ ਬਾਹਰ ਨਹੀਂ ਜਾਂਦਾ। ਜਿਸ ਤਰ੍ਹਾਂ ਖੁਦਾ ਨੂੰ ਕਹਿੰਦਾ ਉਸੇ ਤਰ੍ਹਾਂ ਉਹ ਕਰਦਾ ਆ। ਮੈਂ ਤੁਹਾਨੂੰ ਬਾਈਬਲ 'ਚ ਸਿੱਧ ਕਰੂੰਗਾ ਵੀ ਖੁਦਾ ਦੇ ਲੋਕ ਕਿੱਦਾਂ ਦੇ ਹੁੰਦੇ ਆ, ਕਿੱਦਾਂ ਉਹ ਪਰਖਾਂ ਨੂੰ ਪਾਸ ਕਰ ਲੈਂਦੇ। ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਇਹ ਚੀਜ਼ ਨੂੰ ਸਿੱਧ ਕਰੂੰਗਾ। ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਇਸ ਲਈ ਜੋ ਸਰੀਰਕ ਮਨਸ਼ਾ ਖੁਦਾ ਨਾਲ ਵੈਰ ਹੈ। ਹੁਣ ਸਰੀਰਕ ਮਨਸ਼ਾ ਕੀ ਆ? ਜਿਹੜੇ ਲੋਕ ਸਰੀਰਕ ਆ ਉਹ ਖੁਦਾ ਦੇ ਵੈਰੀ ਆ। ਪਹਿਲੀ ਗੱਲ ਤਾਂ ਇਹ ਸੁਣ ਲਓ, ਜੇ ਕੋਈ ਬੰਦਾ ਭੁਲੇਖੇ ਵਿੱਚ ਆ ਵੀ ਸਰੀਰਕ ਬੰਦੇ ਨੂੰ ਖੁਦਾ ਪਿਆਰ ਕਰਦਾ। ਤੁਹਾਨੂੰ ਪਤਾ ਅਮੀਰ ਮਨੁੱਖ ਖੁਦਾ ਦੇ ਕੋਲ ਗਿਆ ਸੀ ਤੇ ਬਾਈਬਲ ਬਿਆਨ ਕਰਦੀ ਪ੍ਰਭੂ ਨੇ ਉਹਨੂੰ ਪਿਆਰ ਕੀਤਾ। ਲੇਕਿਨ ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹ ਬੰਦਾ ਅਮੀਰ ਮਨੁੱਖ ਅਗਲੇ ਪਲਕ ਨਰਕ ਦੀ ਅੱਗ ਦੇ ਵਿੱਚ ਸੀ, ਕਿਉਂਕਿ ਖੁਦਾ ਦੇ ਦਿੱਤੇ ਹੋਏ ਆਫਰ ਨੂੰ ਉਹਨੇ ਠਕਰਾ ਦਿੱਤਾ ਸੀਗਾ। ਜਦੋਂ ਪ੍ਰਭੂ ਨੇ ਕਿਹਾ ਸੀ ਆਪਣਾ ਸਭ ਕੁਝ ਵੇਚ ਤੇ ਮੇਰੇ ਪਿੱਛੇ ਹੋ ਤੁਰ, ਲੇਕਿਨ ਉਹ ਸਰੀਰਕ ਸੀਗਾ। ਉਹਨੇ ਆਤਮਿਕ ਗੱਲ ਵੱਲ ਧਿਆਨ ਨਹੀਂ ਦਿੱਤਾ। ਉਹਨੇ ਪ੍ਰਭੂ ਦੀ ਉਸ ਆਤਮਿਕ ਗੱਲ ਨੂੰ ਫੜਿਆ ਨਹੀਂ ਵੀ ਪ੍ਰਭੂ ਕਹਿੰਦਾ ਕੀ ਚਾਹ ਰਿਹਾ ਹੈ, ਵੀ ਪ੍ਰਭੂ ਕੀ ਕਹਿ ਰਿਹਾ ਹੈ। ਪ੍ਰਭੂ ਉਹਨੂੰ ਅਨੰਤ ਜੀਵਨ ਦਾ ਆਫਰ ਦੇ ਰਿਹਾ ਸੀ, ਲੇਕਿਨ ਉਹ ਬੰਦਾ ਸਰੀਰਕ ਸੀਗਾ। ਇਸ ਕਰਕੇ ਉਹਨੇ ਪੈਸੇ ਵੱਲ ਧਿਆਨ ਦਿੱਤਾ ਤੇ ਕੀ ਹੋਇਆ? ਇਸ ਲਈ ਖੁਦਾ ਦਾ ਵਚਨ ਕਹਿੰਦਾ ਆ, ਇਸ ਲਈ ਜੋ ਸਰੀਰਕ ਮਨਸ਼ਾ ਖੁਦਾ ਦੇ ਨਾਲ ਵੈਰ ਹੈ। ਜਿਹੜਾ ਬੰਦਾ ਸਰੀਰਕ ਆ ਖੁਦਾ ਦਾ ਵੈਰੀ ਹੁੰਦਾ ਹੈ। ਜਿਹੜਾ ਕਹਿੰਦਾ ਮੈਂ ਸਰੀਰ ਨਾਲ ਚੱਲਣਾ, ਮੈਂ ਸੰਦੇਸ਼ ਦੇ ਨਾਲ ਨਹੀਂ ਚੱਲਣਾ ਚਾਹੁੰਦਾ, ਬਹੁਤ ਔਖਾ ਆ, ਉਹ ਬੰਦਾ ਸ਼ੈਤਾਨ ਆ ਵਚਨ ਦੇ ਅਕੋਰਡਿੰਗ। ਇਸ ਲਈ ਜੋ ਸਰੀਰਕ ਮਨਸ਼ਾ ਖੁਦਾ ਦੇ ਨਾਲ ਵੈਰ ਹੈ, ਕਿਉਂ ਜੋ ਉਹ ਖੁਦਾ ਦੀ ਸ਼ਰ੍ਹਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਕਿਉਂ ਜੋ ਖੁਦਾ ਦੀ ਸ਼ਰ੍ਹਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਅਤੇ ਜਿਹੜੇ ਸਰੀਰਕ ਹਨ ਉਹ ਖੁਦਾ ਨੂੰ ਪ੍ਰਸੰਨ ਨਹੀਂ ਕਰ ਸਕਦੇ। ਜਿਹੜੇ ਸਰੀਰਕ ਆ ਉਹ ਬੰਦੇ ਖੁਦਾ ਨੂੰ ਪ੍ਰਸੰਨ ਨਹੀਂ ਕਰ ਸਕਦੇ। ਸਰੀਰਕ ਬੰਦਾ ਕਦੇ ਵੀ ਖੁਦਾ ਨੂੰ ਪ੍ਰਸੰਨ ਨਹੀਂ ਕਰ ਸਕਦਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ, ਕਿਉਂਕਿ ਜਦੋਂ ਉਹਨੇ ਕਿਹਾ ਸੀਗਾ ਅਮੀਰ ਮਨੁੱਖ ਨੇ ਪ੍ਰਭੂ ਨੂੰ, ਪ੍ਰਭੂ ਕਹਿੰਦਾ ਸੀ ਵੀ ਹੁਕਮਾਂ ਨੂੰ ਮੰਨੋ। ਕਹਿੰਦਾ ਪ੍ਰਭੂ ਜੀ ਸਾਰੇ ਹੁਕਮ ਮੰਨਦਾ ਆ। ਉਹ ਕਹਿੰਦਾ ਮੈਂ ਸਾਰੇ ਹੁਕਮ ਮੰਨਦਾ, ਬਚਪਨ ਤੋਂ ਹੀ ਸਭ ਕੁਝ ਕਰਦਾ, ਦਾਨ ਦਸ਼ਮਾਂਸ਼ ਦਿੰਦਾ, ਸਭ ਕੁਝ ਕਰਦਾ ਆ। ਤੇ ਪ੍ਰਭੂ ਕਹਿੰਦਾ ਮੇਰੇ ਪਿੱਛੇ ਹੋ ਤੁਰ। ਹੁਣ ਉਹ ਹੁਕਮਾਂ ਨੂੰ ਤਾਂ ਪੂਰੀਆਂ ਕਰ ਰਿਹਾ ਸੀ, ਲੇਕਿਨ ਖੁਦਾ ਦੀ ਆਵਾਜ਼ ਨੂੰ, ਖੁਦਾ ਦੇ ਆਫਰ ਨੂੰ ਠੁਕਰਾ ਰਿਹਾ ਸੀਗਾ। ਅੱਜ ਲੋਕ ਕੀ ਕਹਿੰਦੇ ਆ? ਅਸੀਂ ਕ੍ਰਿਸਚੀਅਨ ਆ, ਅਸੀਂ ਮਸੀਹ ਆ, ਅਸੀਂ ਬਾਈਬਲ ਪੜ੍ਹਦੇ ਆ, ਅਸੀਂ ਚਰਚ ਜਾਂਦੇ ਆ, ਅਸੀਂ ਡਿਨੋਮੀਨੇਸ਼ਨ ਚਰਚਾਂ ਵਿੱਚ ਜਾਂਦੇ ਆ, ਅਸੀਂ ਖੁਦਾ ਦੇ ਹੁਕਮਾਂ ਨੂੰ ਪੂਰੀਆਂ ਕਰ ਰਹੇ ਆ। ਲੇਕਿਨ ਖੁਦਾ ਦੀ ਬੁਲਾਹਟ, ਖੁਦਾ ਦੀ ਉਸ ਆਵਾਜ਼ ਨੂੰ ਜੋ ਪ੍ਰੈਜ਼ੈਂਟ ਇਸ ਸਮੇਂ ਸਾਡੇ ਯੁੱਗ ਦੇ ਨਬੀ ਭਾਈ ਵਿਲੀਅਮ ਮੈਰਿਨ ਬ੍ਰੈਨਮ ਦੁਆਰਾ ਆਵਾਜ਼ ਲਗਾਈ ਗਈ, ਉਸ ਆਵਾਜ਼ ਨੂੰ ਲੋਕ ਨਕਾਰ ਦਿੰਦੇ ਆ। ਹੁਣ ਉਹ ਸਰੀਰਕ ਬੰਦਾ ਸੀਗਾ ਜਿਹੜਾ ਅਮੀਰ ਮਨੁੱਖ, ਉਹ ਪ੍ਰਭੂ ਨੂੰ ਕਹਿੰਦਾ ਸੀ ਮੈਂ ਸਾਰੇ ਹੁਕਮ ਬਚਪਨ ਤੋਂ ਪੂਰੇ ਕਰਦਾ ਆ ਰਿਹਾ, ਲੇਕਿਨ ਪ੍ਰਭੂ ਤਾਂ ਉਹਨੂੰ ਕਹਿ ਰਿਹਾ ਸੀਗਾ ਵੀ ਮੇਰੇ ਪਿੱਛੇ ਆ ਜਾ, ਤੂੰ ਸਭ ਕੁਝ ਤਿਆਗ ਦੇ। ਅੱਜ ਖੁਦਾ ਦਾ ਵਚਨ ਕੀ ਕਹਿੰਦਾ ਆ? ਅੱਜ ਖੁਦਾ ਦਾ ਵਚਨ ਕਹਿ ਰਿਹਾ ਹੇ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ।
ਉਸ ਗੜਬੜੀ ਦੇ ਵਿੱਚੋਂ ਬਾਹਰ ਆ ਜਾ। ਤੇ ਬਾਹਰ ਆਵੇਗਾ ਕੌਣ? ਬਾਹਰ ਉਹੀ ਆਵੇਗਾ ਜਿਹੜਾ ਚੁਣਿਆ ਹੋਇਆ ਆ। ਕਿਉਂਕਿ ਬਹੁਤ ਲੋਕ, ਤੁਹਾਨੂੰ ਪਤਾ ਜਦੋਂ ਮਿਸਰ ਦੇ ਵਿੱਚੋਂ ਬਹੁਤ ਲੋਕ ਬਾਹਰ ਆਏ ਤੇ ਕਨਾਨ ਦੇ ਦੇਸ਼ ਦੇ ਵਿੱਚ ਸਿਰਫ ਯਹੋਸ਼ੂਆ ਤੇ ਕਲੇਬ ਹੀ ਪਹੁੰਚੇ ਸੀਗੇ, ਸਾਰੇ ਨਹੀਂ ਪਹੁੰਚੇ। ਕਿਉਂਕਿ ਖੁਦਾ ਨੇ ਜਦੋਂ ਉਹਨਾਂ ਦੀ ਪਰਖ ਕੀਤੀ ਤੇ ਸਾਰੇ ਦੇ ਸਾਰੇ ਫੇਲ ਹੋ ਗਏ। ਅੱਜ ਲੋਕ ਸੰਦੇਸ਼ ਦੇ ਵਿੱਚ ਤਾਂ ਆਉਂਦੇ ਆ, ਉਹ ਨਬੀ ਨੂੰ ਆਪਣਾ ਕਹਿੰਦੇ ਆ ਵੀ ਇਹ ਸਾਡੇ ਯੁੱਗ ਦਾ ਨਬੀ ਆ। ਉਹ ਕਹਿੰਦੇ ਨੇ ਲੋਕ ਵੀ ਅਸੀਂ ਯਿਸੂ ਮਸੀਹ ਦੇ ਨਾਮ 'ਚ ਬਸਮਾ ਲਵਾਂਗੇ ਕਿਉਂਕਿ ਨਬੀ ਨੇ ਇਹ ਪ੍ਰਗਟਾਵਾ ਸਾਡੇ ਤੇ ਕੀਤਾ। ਲੇਕਿਨ ਜਦੋਂ ਵਚਨ ਦੇ ਉੱਪਰ ਚੱਲਣ ਦੀ ਵਾਰੀ ਆਉਂਦੀ ਆ, ਲੋਕ ਫੇਲ ਹੋ ਜਾਂਦੇ ਆ। ਇਸ ਕਰਕੇ ਖੁਦਾ ਕਹਿੰਦਾ ਆ ਜਿਹੜਾ ਸਰੀਰਕ ਬੰਦਾ ਆ ਉਹਨੂੰ ਆਤਮਾ ਦੀਆਂ ਗੱਲਾਂ ਸਮਝ ਨਹੀਂ ਲੱਗਦੀਆਂ। ਇੱਕ ਮਿਸਰ ਉਹ ਆ, ਇੱਕ ਸੰਸਾਰ ਉਹ ਆ ਜਿਹਦੇ ਵਿੱਚੋਂ ਤੁਸੀਂ ਬਾਹਰ ਆਉਂਦੇ ਹੋ। ਲੇਕਿਨ ਇੱਕ ਮਿਸਰ, ਇੱਕ ਸੰਸਾਰ ਉਹ ਆ ਜਿਹੜਾ ਮਨੁੱਖ ਦੇ ਅੰਦਰ ਹੁੰਦਾ ਆ ਤੇ ਮਨੁੱਖ ਉਸ ਨੂੰ ਬਾਹਰ ਕੱਢਣਾ ਨਹੀਂ ਚਾਹੁੰਦਾ। ਇੱਕ ਮਿਸਰ ਤੇ ਸੰਸਾਰ ਉਹ ਹੁੰਦਾ ਆ, ਲੇਕਿਨ ਖੁਦਾ ਚਾਹੁੰਦਾ ਤੁਸੀਂ ਆਪਣੇ ਅੰਦਰੋਂ ਸਭ ਕੁਝ ਬਾਹਰ ਕੱਢ ਦਵੋ ਤਾਂ ਕਿ ਉਹ ਤੁਹਾਡੇ ਵਿੱਚ ਸਿੰਘਾਸਨ ਲਾ ਸਕੇ, ਤੁਹਾਡੇ ਅੰਦਰ ਦੇਹਧਾਰੀ ਹੋ ਸਕੇ। ਕਿਉਂਕਿ ਯਿਸੂ ਮਸੀਹ ਕਿਸੇ ਦੇ ਅੰਦਰ ਇਦਾਂ ਦੇਹਧਾਰੀ ਨਹੀਂ ਹੁੰਦਾ ਜਦੋਂ ਤੱਕ ਤੁਹਾਡਾ ਨਾਤਾ ਤੁਹਾਡੇ ਰਿਸ਼ਤੇਦਾਰੀਆਂ ਦੇ ਨਾਲ ਆ, ਸੰਸਾਰ ਦੇ ਨਾਲ ਆ, ਉਦੋਂ ਤੱਕ ਖੁਦਾਵੰਦ ਤੁਹਾਡੇ ਨਾਲ ਕਦੇ ਵੀ ਵਾਰਤਾਲਾਪ ਨਹੀਂ ਕਰੇਗਾ। ਉਹ ਕਦੇ ਵੀ ਤੁਹਾਡੇ ਨਾਲ ਮੇਲ ਮਿਲਾਪ ਨਹੀਂ ਕਰੇਗਾ, ਕਦੇ ਵੀ ਉਹ ਤੁਹਾਡੇ ਨਾਲ ਸੰਗ ਨਹੀਂ ਕਰੇਗਾ। ਕਿਉਂਕਿ ਜਦੋਂ ਤੱਕ ਤੁਸੀਂ ਖੁਦਾ ਦੇ ਲਈ ਆਪਣੇ ਆਪ ਨੂੰ ਪਾਕ ਪਵਿੱਤਰ ਸਾਫ਼ ਨਹੀਂ ਕਰਦੇ, ਕਿਉਂਕਿ ਦੁਲਹਨ ਨੇ ਆਪਣੇ ਆਪ ਨੂੰ ਪਾਕ ਕੁਆਰੀ ਕਰਕੇ ਅਰਪਿਤ ਕਰਨਾ ਆ ਖੁਦਾ ਦੇ ਅੱਗੇ। ਖੁਦਾ ਐਵੇਂ ਨਹੀਂ ਲੈ ਕੇ ਜਾ ਰਿਹਾ ਵੀ ਕੋਈ ਕਹੇਗਾ ਜੀ ਮੈਂ ਦੁਲਹਨ ਦਾ ਹਿੱਸਾ ਮੈਨੂੰ ਲੈ ਜਾ, ਕਹਿਣ ਦੇ ਨਾਲ ਨਹੀਂ। ਉਹ ਕਹਿੰਦਾ ਮੈਂ ਆਪਣੀ ਦੁਲਹਨ ਨੂੰ ਕਿੱਦਾਂ ਲੈ ਕੇ ਜਾਵਾਂਗਾ। ਦੁਲਹਨ ਨੇ ਆਪਣੇ ਆਪ ਨੂੰ ਪਾਕ ਕੁਆਰੀ ਕਰਕੇ ਅਰਪਿਤ ਕਰਨਾ ਆ। ਉਹਨੇ ਇੱਕ ਨਮੂਨਾ ਪੇਸ਼ ਕਰਨਾ, ਉਹਨੇ ਇੱਕ ਪਰਖ ਦੇ ਵਿੱਚੋਂ ਪਾਸ ਹੋ ਕੇ ਖੁਦਾ ਨੂੰ ਆਪਣੇ ਆਪ ਨੂੰ ਅਰਪਿਤ ਕਰਨਾ ਆ। ਉਹਨੇ ਖੁਦਾ ਨੂੰ ਆਪਣੇ ਆਪ ਨੂੰ ਖੁਦਾ ਦੇ ਅੱਗੇ ਸਮਰਪਿਤ ਕਰ ਦੇਣਾ ਹੈ। ਫਿਰ ਖੁਦਾ ਦੁਲਹਨ ਨੂੰ ਲੈ ਕੇ ਜਾ ਰਿਹਾ, ਏਦਾਂ ਲੈ ਕੇ ਨਹੀਂ ਜਾ ਰਿਹਾ। ਕਿਉਂਕਿ ਅਸੀਂ ਜਿਹੜੇ ਸਮੇਂ 'ਚ ਰਹਿ ਰਹੇ ਆ, ਬੜਾ ਹੀ ਭਿਆਨਕ ਸਮਾਂ ਆ। ਇਸ ਸਮੇਂ ਦੇ ਵਿੱਚ ਲੋਕ ਆਪਣੇ ਆਪਣੇ ਖਿਆਲਾਂ ਦੇ ਅਨੁਸਾਰ ਚੱਲੀ ਜਾਂਦੇ ਆ, ਆਪਣੇ ਆਪਣੇ ਖਿਆਲਾਂ ਅਨੁਸਾਰ ਗੁਰੂ ਵੀ ਧਾਰੀ ਜਾਂਦੇ ਆ, ਲੇਕਿਨ ਸਹੀ ਸਿੱਖਿਆ ਨੂੰ ਕੋਈ ਬੰਦਾ ਲੈਣਾ ਨਹੀਂ ਚਾਹੁੰਦਾ। ਇਸ ਕਰਕੇ ਜਿਹੜਾ ਸਰੀਰਕ ਬੰਦਾ ਹੁੰਦਾ ਉਹਦਾ ਵਚਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸ ਕਰਕੇ ਅਸੀਂ ਦੇਖਦੇ ਹਾਂ ਕਈ ਵਾਰੀ ਚਰਚ ਦੇ ਵਿੱਚ ਜਦੋਂ ਸ਼ਕਤੀ ਹੁੰਦੀ ਆ ਲੋਕ ਚਰਚ ਛੱਡ ਕੇ ਭੱਜ ਜਾਂਦੇ ਆ। ਕਿਉਂ ਭੱਜਦੇ ਆ? ਕਿਉਂਕਿ ਸਰੀਰਕ ਹੁੰਦੇ ਆ, ਆਤਮਾ ਦੀ ਗੱਲਾਂ ਸੁਣ ਨਹੀਂ ਸਕਦੇ, ਉਹਨਾਂ ਨੂੰ ਸਮਝ ਨਹੀਂ ਲੱਗਦੀਆਂ। ਉਹ ਕਹਿੰਦੇ ਅਸੀਂ ਨਹੀਂ ਜੀ ਸਕਦੇ ਜੀਵਨ, ਅਸੀਂ ਇਸ ਸੰਸਾਰ ਵਿੱਚ ਚੱਲਣਾ ਆ। ਤੇ ਸੰਸਾਰਿਕ ਬੰਦੇ ਨੂੰ ਖੁਦਾ ਕਦੇ ਪਸੰਦ ਨਹੀਂ ਕਰਦਾ। ਇਸ ਕਰਕੇ ਵਚਨ 'ਚ ਲਿਖਿਆ ਜਿਹੜੇ ਸਰੀਰਕ ਹਨ ਉਹ ਖੁਦਾ ਨੂੰ ਪਸੰਦ ਨਹੀਂ ਕਰ ਸਕਦੇ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ। ਕਹਿੰਦਾ ਤੁਸੀਂ ਸਰੀਰਕ ਨਹੀਂ ਹੋ, ਖੁਦਾ ਦੀ ਦੁਲਹਨ ਸਰੀਰਕ ਨਹੀਂ ਹੈ, ਉਹ ਆਤਮਿਕ ਹੈ। ਅਤੇ ਤਦੇ ਜੇ ਆਤਮਾ ਤਦੇ ਜੇ ਖੁਦਾ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ, ਪਰੰਤੂ ਜਿਸ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਉਹ ਉਸ ਦਾ ਨਹੀਂ ਹੈ। ਦੇਖੋ ਕਿੰਨਾ ਸਾਫ਼ ਤੇ ਕਲੀਅਰ ਲਿਖਿਆ ਆ। ਕਹਿੰਦਾ ਖੁਦਾ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ, ਪਰੰਤੂ ਜਿਸ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਉਹ ਉਸ ਦਾ ਨਹੀਂ ਆ। ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ ਉਹ ਇਸ ਧਰਤੀ ਤੋਂ ਚਲਾ ਜਾਂਦਾ ਤੇ ਉਹ ਕਦੇ ਵੀ ਖੁਦਾ ਨੂੰ ਵੇਖੇਗਾ ਨਹੀਂ। ਕਿਉਂਕਿ ਬੈਪਟਾਈਜ਼ ਲੈਣ ਦੇ ਨਾਲ ਕੋਈ ਖੁਦਾ ਨੂੰ ਪ੍ਰਾਪਤ ਨਹੀਂ ਕਰਦਾ। ਉਹ ਤਾਂ ਇੱਕ ਐਡਮਿਸ਼ਨ ਆ। ਜਦੋਂ ਤੁਸੀਂ ਖੁਦਾ ਵਿੱਚ ਆਉਂਦੇ ਹੋ, ਉਹਨੇ ਕਿਹਾ ਹੈ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸਮਾ ਲੈ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਪਹਿਲਾਂ ਬੈਪਟਾਈਜ਼ ਆ, ਫਿਰ ਪਵਿੱਤਰ ਆਤਮਾ ਦਾ ਦਾਨ। ਠੀਕ ਹੈ ਨਾ? ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ, ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। ਅਤੇ ਜੇ ਉਹਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਿਵਾਲੇਗਾ। ਖੁਦਾ ਦਾ ਆਤਮਾ ਤੁਹਾਨੂੰ ਜਿਵਾਲੇਗਾ, ਤੁਹਾਡੀ ਮਰਨਹਾਰ ਦੇਹੀਆਂ ਨੂੰ ਜਿਵਾਲੇਗਾ, ਲੇਕਿਨ ਤੁਹਾਡੇ ਅੰਦਰ ਉਹਦਾ ਆਤਮਾ ਹੋਣਾ ਚਾਹੀਦਾ ਆ। ਠੀਕ ਹੈ ਨਾ? ਇੱਕ ਮਨੁੱਖ ਪਵਿੱਤਰ ਆਤਮਾ ਤੋਂ ਬਿਨਾਂ ਖੁਦਾ ਨੂੰ ਵੇਖ ਨਹੀਂ ਸਕਦਾ, ਕਿਉਂਕਿ ਪਵਿੱਤਰ ਆਤਮਾ ਹੀ ਤੁਹਾਨੂੰ ਸ਼ੁੱਧ ਕਰਦਾ ਹੈ। ਤੁਸੀਂ ਦੇਖੋ ਇੱਕ ਮਨੁੱਖ ਹੁੰਦਾ ਜਦੋਂ ਮਸੀਹ ਦੇ ਵਿੱਚ ਆਂਦਾ, ਉਹ ਕਹਿੰਦਾ ਮੈਂ ਪ੍ਰਭੂ ਦੇ ਵਿੱਚ ਆ ਗਿਆ, ਉਹ ਆਪਣਾ
ਸਰੀਰਕ ਸੁਧਾਰ ਕਰ ਲੈਂਦਾ, ਸ਼ਰਾਬ ਪੀਣੀ ਛੱਡ ਦਿੰਦਾ, ਸਿਗਰਟਾਂ ਪੀਣੀਆਂ ਛੱਡ ਦਿੰਦਾ, ਗਲਤ ਕੰਮ ਛੱਡ ਦਿੰਦਾ, ਲੇਕਿਨ ਫਿਰ ਵੀ ਖੁਦਾ ਦਾ ਆਤਮਾ ਉਸ ਬੰਦੇ ਅੰਦਰ ਨਹੀਂ ਹੁੰਦਾ। ਕਿਉਂਕਿ ਜਦੋਂ ਖੁਦਾ ਦਾ ਆਤਮਾ ਆਂਦਾ ਤੇ ਉਹ ਕਹਿੰਦਾ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵੇਗਾ। ਕਿਉਂਕਿ ਯਿਸੂ ਮਸੀਹ ਨੇ ਕਿਹਾ ਸੀ ਆਪਣੇ ਚੇਲਿਆਂ ਨੂੰ, ਜਦੋਂ ਮੇਰਾ ਆਤਮਾ ਆਵੇਗਾ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵੇਗਾ। ਹੁਣ ਖੁਦਾ ਦੀ ਕਈਆਂ ਹੋਈਆਂ ਗੱਲਾਂ ਦਾ ਅੱਜ ਲੋਕ ਇਨਕਾਰ ਕਰ ਰਹੇ ਆ। ਡਿਨੋਮੀਨੇਸ਼ਨ ਚਰਚਾਂ, ਬਹੁਤ ਲੋਕ ਕ੍ਰਿਸਚੀਅਨ ਲੋਕ ਉਹਦਾ ਵਚਨ ਦਾ ਇਨਕਾਰ ਕਰ ਰਹੇ ਆ ਤੇ ਉਹ ਕਹਿੰਦੇ ਸਾਡੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਹੈ। ਇਹ ਕਿੱਦਾਂ ਹੋ ਸਕਦਾ? ਖੁਦਾ ਦਾ ਪਵਿੱਤਰ ਆਤਮਾ ਇੱਕ ਮਨੁੱਖ ਦਾਵਾ ਕਰ ਰਿਹਾ ਉਹਦੇ ਅੰਦਰ ਆ ਤੇ ਉਹ ਵਚਨ ਦਾ ਇਨਕਾਰ ਕਰਦਾ ਵੀ, ਇਦਾਂ ਹੋ ਨਹੀਂ ਸਕਦਾ। ਇਸ ਕਰਕੇ ਜਿਹਦੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਆ ਉਹ ਨਬੀ ਦੇ ਸੰਦੇਸ਼ਾਂ ਦੇ ਉੱਪਰ ਵਿਸ਼ਵਾਸ ਕਰੇਗਾ ਤੇ ਚੱਲੇਗਾ ਤੇ ਹਰੇਕ ਪਰਖ ਦੇ ਵਿੱਚੋਂ ਪਾਸ ਹੋਵੇਗਾ। ਲੇਕਿਨ ਤੁਸੀਂ ਦੇਖੋ ਮਨੁੱਖ ਪਰਖਾਂ ਦੇ ਵਿੱਚੋਂ ਫੇਲ ਹੋ ਜਾਂਦੇ ਆ। ਕਿਉਂ ਫੇਲ ਹੋ ਜਾਂਦੇ ਆ? ਕਿਉਂਕਿ ਉਹ ਸਰੀਰਕ ਹਨ ਅਤੇ ਸਰੀਰਕ ਵਸਤਾਂ ਉੱਤੇ ਮਨ ਲਾਉਂਦੇ ਆ। ਸਰੀਰਕ ਬੰਦੇ ਨੂੰ ਕੀ ਹੁੰਦਾ ਆ? ਮੈਂ ਘਰ ਬਣਾ ਲਾਂ, ਮੈਂ ਕੋਠੀ ਬਣਾ ਲਾਂ, ਮੈਂ ਕੁੜੀਆਂ ਵਿਆਹ ਲਾਂ, ਮੈਂ ਮੁੰਡੇ ਵਿਆਹ ਲਾਂ, ਮੈਂ ਬਾਹਰ ਭੇਜ ਦਵਾਂ, ਮੈਂ ਪੈਸਾ ਇਕੱਠਾ ਕਰ ਲਵਾਂ, ਜਾਨ ਭਾਵੇਂ 1 ਮਿੰਟ 'ਚ ਨਿਕਲ ਜਾਵੇ। ਇੱਕ ਸਰੀਰਕ ਬੰਦੇ ਦੀ ਦੌੜ ਪੈਸੇ ਤੱਕ ਹੁੰਦੀ ਆ, ਸਿਰਫ ਉਹਨੂੰ ਦੌਲਤ ਸ਼ੋਹਰਤ ਚਾਹੀਦੀ ਹੁੰਦੀ ਆ, ਉਹਨੂੰ ਵਚਨ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਲੇਕਿਨ ਆਤਮਿਕ ਮਨੁੱਖ ਕੀ ਕਰਦਾ? ਸਿਰਫ ਵਚਨ ਨੂੰ ਵੇਖਦਾ ਆ ਤੇ ਕਿਸੇ ਵੀ ਚੀਜ਼ ਨੂੰ ਨਹੀਂ ਵੇਖਦਾ। ਆਤਮਿਕ ਮਨੁੱਖ ਦੀ ਇਹ ਨਿਸ਼ਾਨੀ ਹੁੰਦੀ ਆ। ਆਤਮਿਕ ਮਨੁੱਖ ਪੈਸੇ ਮਗਰ ਨਹੀਂ ਦੌੜਦਾ। ਆਤਮਿਕ ਮਨੁੱਖ ਨੂੰ ਪੈਸੇ ਦਾ ਲਾਲਚ ਨਹੀਂ ਹੁੰਦਾ, ਦੌਲਤ ਦਾ ਲਾਲਚ ਨਹੀਂ ਹੁੰਦਾ, ਸ਼ੋਹਰਤ ਦਾ ਲਾਲਚ ਨਹੀਂ ਹੁੰਦਾ। ਉਹਨੂੰ ਇੱਕੋ ਹੀ ਕੰਮ ਉਹਦੇ ਅੰਦਰ ਹੁੰਦਾ ਵੀ ਉਹ ਖੁਦਾ ਦੇ ਕੰਮਾਂ ਨੂੰ ਕਰੀ ਜਾਵੇ, ਕਰੀ ਜਾਵੇ, ਕਰੀ ਜਾਵੇ। ਇੱਕ ਆਤਮਿਕ ਬੰਦੇ ਦੀ ਨਿਸ਼ਾਨੀ ਹੁੰਦੀ ਆ ਜਿਹੜਾ ਕਿ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਪਸੰਦ ਕਰਦਾ ਹੈ। ਲੇਕਿਨ ਸਰੀਰਕ ਬੰਦਾ ਖੁਦਾ ਦਾ ਵੈਰੀ ਹੁੰਦਾ ਹੈ ਕਿਉਂਕਿ ਉਹ ਸਰੀਰ ਦੀ ਗੱਲਾਂ ਕਰਦਾ ਹੈ। ਇਸ ਕਰਕੇ ਖੁਦਾ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਹੁਣ ਅਸੀਂ ਬਾਈਬਲ ਵਿੱਚੋਂ ਪੜਾਂਗੇ ਉਤਪਤ 22 ਦੀ ਇੱਕ। ਹੁਣ ਦੇਖੋ ਖੁਦਾਵੰਦ ਜੇ ਕਿਸ ਨੂੰ ਬਰਕਤ ਦਿੰਦਾ ਆ, ਠੀਕ ਆ, ਕਿਸੇ ਨੂੰ ਉਹ ਨਮੂਨਾ ਦਾ ਪੇਸ਼ ਕਰਦਾ ਤਾਂ ਇਦਾਂ ਨਮੂਨਾ ਨਹੀਂ ਪੇਸ਼ ਕਰ ਦਿੰਦਾ। ਸਭ ਤੋਂ ਪਹਿਲਾਂ ਉਹਦੀ ਪਰਖ ਹੁੰਦੀ ਆ, ਫਿਰ ਪ੍ਰਭੂ ਬਰਕਤਾਂ ਵੀ ਦਿੰਦਾ, ਆਸ਼ੀਸ਼ਾਂ ਵੀ ਦਿੰਦਾ ਆ, ਉਹਨੂੰ ਮੁਬਾਰਕ ਵੀ ਠਹਿਰਾਉਂਦਾ। ਲੇਕਿਨ ਬਿਨਾਂ ਪਰਖ ਤੋਂ ਨਹੀਂ। ਜਦੋਂ ਤੱਕ ਤੁਸੀਂ ਪਰਖੇ ਨਹੀਂ ਜਾਂਦੇ। ਅੱਜ ਖੁਦਾਵੰਦ ਹਰ ਇੱਕ ਸਕਿੰਟ ਆਪਣੀ ਦੁਲਹਨ ਦੇ ਨਾਲ ਆ ਤੇ ਉਹਨੂੰ ਵੇਖ ਰਿਹਾ, ਉਹਨੂੰ ਸ਼ਿੰਗਾਰ ਵੀ ਰਿਹਾ, ਉਹਨੂੰ ਪਰਖ ਵੀ ਰਿਹਾ ਹੈ ਕਿ ਕੋਈ ਝੂਠਾ ਦਾਵਾ ਨਾ ਕਰੀ ਜਾਵੇ ਮੈਂ ਦੁਲਹਨ, ਮੈਂ ਦੁਲਹਨ। ਕਿਉਂਕਿ ਦੁਲਹਨ ਹਰੇਕ ਪਰਖ ਦੇ ਵਿੱਚੋਂ ਪਾਸ ਹੁੰਦੀ ਹੈ ਹਮੇਸ਼ਾ। ਦੁਲਹਨ ਦੇ ਸਾਹਮਣੇ ਕੋਈ ਪਰਖ ਨਹੀਂ ਹੁੰਦੀ, ਉਹ ਕਿਸੇ ਪਰਖ ਨੂੰ ਕੁਝ ਨਹੀਂ ਸਮਝਦੀ। ਜੋ ਖੁਦਾ ਦੁਲਹਨ ਨੂੰ ਕਹਿੰਦਾ ਦੁਲਹਨ ਉਹੀ ਕਰਦੀ ਆ। ਅੱਜ ਦੁਲਹਨ ਦੇ ਅੰਦਰ ਖੁਦਾ ਆ। ਅੱਜ ਜੇ ਕਿਸ ਨੂੰ ਪੁੱਛਿਆ ਜਾਵੇ ਵੀ ਖੁਦਾਵੰਦ ਕਿੱਥੇ ਆ, ਯਿਸੂ ਮਸੀਹ ਕਿੱਥੇ ਆ, ਤੇ ਲੋਕ ਕਹਿਣਗੇ, ਲੋਕ ਕੀ ਕਹਿੰਦੇ ਆ ਵੀ ਜਿਹੜਾ ਖੁਦਾ ਆ ਉਹ ਆਪਣੇ ਵਚਨ ਦੇ ਵਿੱਚ ਆ। ਲੇਕਿਨ ਮੈਂ ਤੁਹਾਨੂੰ ਕਹਿਣਾ ਆ ਅੱਜ ਖੁਦਾ ਵਚਨ ਦੇ ਵਿੱਚ ਤਾਂ ਹੈ, ਉਹ ਗੱਲ ਠੀਕ ਆ, ਲੇਕਿਨ ਅੱਜ ਇਸ ਸਮੇਂ ਪ੍ਰੈਜ਼ੈਂਟ ਦੇ ਵਿੱਚ ਖੁਦਾ ਕਿੱਥੇ ਆ? ਉਹ ਆਪਣੀ ਦੁਲਹਨ ਦੇ ਅੰਦਰ ਆ। ਦੇਹਧਾਰੀ ਹੋ ਬੈਠਾ ਆ ਆਪਣੀ ਦੁਲਹਨ ਦੇ ਅੰਦਰ ਤੇ ਦਿਖਾ ਰਿਹਾ ਆ ਵੀ ਮਸੀਹ ਜੀਵਨ ਕਿੱਦਾਂ ਦਾ ਹੁੰਦਾ ਆ। ਮਸੀਹ ਜੀਵਨ ਕਿੱਦਾਂ ਦਾ ਹੁੰਦਾ? ਕਿਉਂਕਿ ਉਹਦੇ ਲੋਕਾਂ ਦੇ ਉੱਪਰ ਜਦੋਂ ਦੁੱਖ ਮੁਸੀਬਤ ਪਰੇਸ਼ਾਨੀਆਂ ਕੁਝ ਵੀ ਆਂਦਾ ਤੇ ਉਹਦੇ ਲੋਕ ਕੀ ਕਰਦੇ? ਘੁਟਨਿਆਂ ਭਾਰ ਹੋ ਕੇ ਪ੍ਰਾਰਥਨਾ ਕਰਦੇ ਆ। ਉਹ ਡਾਕਟਰਾਂ ਕੋ ਨਹੀਂ ਭੱਜਦੇ, ਉਹ ਚੀਕਾਂ ਨਹੀਂ ਮਾਰਦੇ ਵੀ ਪ੍ਰਭੂ ਸਾਨੂੰ ਬਚਾ ਲਾ, ਏਦਾਂ ਹੋ ਜਾਊਗਾ, ਏਦਾਂ ਹੋ ਜਾਊਗਾ। ਖੁਦਾ ਦੇ ਲੋਕ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਪੂਰੀ ਤਰ੍ਹਾਂ। ਉਹ ਕਹਿੰਦੇ ਪ੍ਰਭੂ ਜੀ ਜੀਵਨ ਤੇਰਾ ਆ, ਤੂੰ ਸਾਡੇ ਜੀਵਨ ਦੇ ਵਿੱਚ ਕੰਮ ਕਰ। ਤੇ ਖੁਦਾਵੰਦ ਉਹਨਾਂ ਦੇ ਜੀਵਨਾਂ ਵਿੱਚੋਂ ਪਰੇਸ਼ਾਨੀਆਂ ਦੁੱਖਾਂ ਨੂੰ ਹਟਾ ਦਿੰਦਾ ਹੈ ਕਿਉਂਕਿ ਉਹ ਲੋਕ ਪਰਖ ਦੇ ਵਿੱਚੋਂ ਪਾਸ ਹੋ ਜਾਂਦੇ ਆ। ਠੀਕ ਹੈ ਨਾ? ਅਸੀਂ ਪੜਾਂਗੇ ਉਤਪਤ 22 ਦੇ ਆਏ। ਇਹਨਾਂ ਗੱਲਾਂ ਦੇ ਪਿੱਛੇ ਐਉਂ ਹੋਇਆ ਕਿ ਖੁਦਾ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਮ। ਅੱਗੋਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਹੁਣ ਬਾਈਬਲ ਬਿਆਨ ਕਰਦੀ ਆ ਵੀ ਖੁਦਾ ਨੇ ਅਬਰਾਹਮ ਨੂੰ ਪਰਤਾਇਆ ਤੇ ਉਹਨੂੰ ਕਹਿੰਦਾ ਹੇ ਅਬਰਾਹਮ। ਤੇ ਅਬਰਾਹਮ ਕੀ ਕਹਿ ਰਿਹਾ? ਮੈਂ ਹਾਜ਼ਰ ਹਾਂ। ਕਿਉਂਕਿ ਖੁਦਾ ਦਾ ਬੰਦਾ ਹਮੇਸ਼ਾ ਹਾਜ਼ਰ ਰਹਿੰਦਾ ਉਹਦੇ ਵਚਨ ਦੇ ਅੱਗੇ। ਖੁਦਾ ਦਾ ਬੰਦਾ ਜਦੋਂ ਖੁਦਾ ਨੂੰ ਬੁਲਾਉਂਦਾ ਵੀ ਮੇਰੇ ਕੋਲ ਆ, ਤੇ ਉਹ ਹਾਜ਼ਰ ਹੋ ਜਾਂਦਾ ਉਹਦੇ ਅੱਗੇ। ਉਹ ਕਹਿੰਦਾ ਪ੍ਰਭੂ ਜੀ ਜੋ ਤੇਰਾ ਵਚਨ ਕਵੇਗਾ ਉਹੀ ਕਰਾਂਗਾ। ਸਗੋਂ ਉਸਨੇ ਆਖਿਆ ਮੈਂ ਹਾਜ਼ਰ ਹਾਂ। ਤਾਂ ਉਸਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ, ਕਹਿੰਦਾ ਆਪਣੇ ਇਕਲੌਤੇ ਪੁੱਤਰ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਉੱਤੇ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ।
ਕਹਿੰਦਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ। ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਤੇ ਆਪਣੇ ਦੋ ਜਵਾਨਾਂ ਅਤੇ ਆਪਣੇ ਪੁੱਤਰ ਇਸਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਖੁਦਾ ਨੇ ਉਸ ਨੂੰ ਦੱਸੀ ਸੀ। ਤਾਂ ਤੀਜੇ ਦਿਨ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿਠਾ। ਹੁਣ ਸਫ਼ਰ ਤੈਅ ਕਰਨ ਕਰਕੇ ਉਹ ਜਾ ਰਿਹਾ ਆ ਤੇ ਬਾਈਬਲ ਬਿਆਨ ਕਰਦੀ ਤੀਜੇ ਦਿਨ ਅਬਰਾਹਮ ਨੇ ਅੱਖਾਂ ਚੁੱਕ ਕੇ ਉਸ ਥਾਂ ਨੂੰ ਵੇਖਿਆ। ਉਹ ਸਫ਼ਰ ਕਰਕੇ ਜਾ ਰਿਹਾ ਆਪਣੇ ਪੁੱਤਰ ਇਸਾਕ ਦੀ ਬਲੀ ਦੇਣ ਦੇ ਲਈ। ਉਹਨੇ ਖੁਦਾ ਦੇ ਕਹਿਣੇ ਨੂੰ ਮੋੜਿਆ ਨਹੀਂ। ਖੁਦਾ ਆਪਣੇ ਬੰਦੇ ਨੂੰ ਪਰਖ ਰਿਹਾ ਸੀਗਾ, ਕਿਉਂਕਿ ਖੁਦਾਵੰਦ ਹਮੇਸ਼ਾ ਆਪਣੇ ਲੋਕਾਂ ਨੂੰ ਪਰਖਦਾ ਆ ਤਾਂ ਕਿ ਲੋਕਾਂ ਦੇ ਅੱਗੇ ਉਹਦਾ ਨਮੂਨਾ ਪੇਸ਼ ਹੋ ਸਕੇ। ਇਸ ਕਰਕੇ ਜਿਹਦੇ ਅੰਦਰ ਅੱਜ ਖੁਦਾ ਦਾ ਪਵਿੱਤਰ ਆਤਮਾ ਆ ਉਹੀ ਬੰਦਾ ਪਰਖ ਚੋਂ ਪਾਸ ਹੋਵੇਗਾ। ਬਾਕੀ ਸਭਨਾਂ ਨੇ ਭੱਜ ਜਾਣਾ ਹੈ। ਬਾਕੀ ਸਭ ਭੱਜ ਜਾਂਦੇ ਆ, ਚੁਣੇ ਹੋਏ ਭੱਜਦੇ ਨਹੀਂ ਆ ਕਿਤੇ। ਤੁਸੀਂ ਦੇਖੋ ਚੁਣੇ ਹੋਏ ਕਦੇ ਨਹੀਂ ਭੱਜਦੇ। 70 ਖੁਦਾ ਦੇ ਕੋਲ ਆਏ ਸੀ, ਚਿੰਨ ਚਮਤਕਾਰ ਕੀਤੇ, ਬੜੇ ਖੁਸ਼ ਸੀ, ਪ੍ਰਭੂ ਤੇਰੇ ਨਾਮ 'ਚ ਭੂਤ ਨਿਕਲਦੇ ਆ। ਲੇਕਿਨ ਕੀ ਹੋਇਆ ਜਦੋਂ ਪ੍ਰਭੂ ਨੇ ਕਿਹਾ ਸੀ ਮੇਰਾ ਮਾਂਸ ਤੇ ਲਹੂ ਖਾਓ ਤੇ ਉਹ ਠੋਕਰ ਖਾ ਗਏ ਤੇ ਉਹ ਕਹਿੰਦੇ ਕਿੱਦਾਂ ਦੀ ਗੱਲਾਂ ਕਰਦਾ ਆ। ਉਹ ਬੁੜਬੁੜ ਕਰਨ ਲੱਗ ਗਏ ਤੇ ਭੱਜ ਗਏ ਕਿਉਂਕਿ ਉਹ ਦੋਗਲੇ ਸੀਗੇ। ਲੇਕਿਨ ਪਤਰਸ ਹੁਣਾਂ ਨੇ ਕੀ ਕਿਹਾ? ਉਹ ਕਹਿੰਦੇ ਪ੍ਰਭੂ ਜੀ ਜੀਵਨ ਦੀ ਗੱਲਾਂ ਤੇਰੇ ਕੋਲ ਹੈ, ਅਸੀਂ ਕਿੱਥੇ ਜਾਈਏ? ਤੇ ਖੁਦਾ ਦਾ ਬੰਦੇ ਨੂੰ ਪਤਾ ਹੁੰਦਾ ਵੀ ਜੀਵਨ ਦੀ ਗੱਲਾਂ ਪ੍ਰਭੂ ਦੇ ਕੋਲ ਆ। ਬੰਦਾ ਖੁਦਾ ਦਾ ਜਿਹੜਾ ਹੁੰਦਾ ਕਦੇ ਕਿਤੇ ਭੱਜਦਾ ਨਹੀਂ ਆ। ਇਬਰਾਹਿਮ ਨੇ ਇਹ ਨਹੀਂ ਕਿਹਾ ਵੀ ਪ੍ਰਭੂ ਤੂੰ ਬੱਚਾ ਦਿੱਤਾ ਹੁਣ ਤੂੰ ਬਲੀ ਲੈ ਰਿਹਾ ਤੇ ਮੈਂ ਕਿਤੇ ਦੌੜ ਜਾਵਾਂ। ਉਹ ਕਹਿੰਦਾ ਪ੍ਰਭੂ ਮੈਂ ਹਾਜ਼ਰ ਹਾਂ। ਤੇ ਦੇਖੋ ਖੁਦਾਵੰਦ ਨੂੰ ਉਸ ਪਹਾੜ ਤੇ ਲੈ ਕੇ ਗਿਆ ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ, ਮੈਂ ਇਹ ਮੁੰਡਾ ਥੋੜੀ ਦੂਰ ਅੱਗੇ ਵਧ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਾਕ ਨੂੰ ਚੁਕਾ ਦਿੱਤੀਆਂ। ਹੁਣ ਜਿਹਦੀ ਬਲੀ ਦੇਣੀ ਹੈ ਲੱਕੜਾਂ ਵੀ ਉਹਨੂੰ ਚੁਕਾਤੀਆਂ। ਜਿਹਦੀ ਬਲੀ ਦੇਣੀ ਸੀ ਲੱਕੜਾਂ ਉਹਨੂੰ ਹੀ ਚੁਕਾ ਦਿੱਤੀਆਂ ਤੇ ਆਪਣੇ ਹੱਥ ਵਿੱਚ ਅਗਨੀ ਅਤੇ ਛੁਰੀ ਫੜ ਲਈ ਅਤੇ ਦੋਵੇਂ ਇਕੱਠੇ ਤੁਰੇ ਗਏ। ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ ਪਿਤਾ ਜੀ। ਉਸ ਆਖਿਆ ਪੁੱਤਰ ਕੀ ਗੱਲ ਹੈ? ਉਸ ਆਖਿਆ ਵੇਖ ਅਗਨੀ ਅਤੇ ਲੱਕੜੀਆਂ ਤਾਂ ਹਨ ਪਰ ਹੋਮ ਦੀ ਬਲੀ ਦਾ ਲੇਲਾ ਕਿੱਥੇ ਹੈ? ਹੁਣ ਇਸਹਾਕ ਆਪਣੇ ਪਿਤਾ ਨੂੰ ਪੁੱਛ ਰਿਹਾ ਆ ਵੀ ਬਲੀ ਦਾ ਆਪਾਂ ਦੇਣ ਜਾ ਰਹੇ ਆ ਤੇ ਬਲੀ ਦਾ ਲੇਲਾ ਕਿੱਥੇ ਆ? ਉਹਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਬਲੀ ਤੇਰੀ ਦੇਣੀ ਆ। ਉਹ ਆਪਣੇ ਪੁੱਤਰ ਨੂੰ ਚੁੱਪ ਕਰਕੇ ਲੈ ਕੇ ਜਾ ਰਿਹਾ। ਅਬਰਾਹਮ ਨੇ ਆਖਿਆ ਹੇ ਮੇਰੇ ਪੁੱਤਰ ਖੁਦਾ ਹੋਮ ਦੀ ਬਲੀ ਦਾ ਲੇਲਾ ਆਪੇ ਦੇਊਗਾ। ਹੁਣ ਤੁਹਾਨੂੰ ਪਤਾ ਅਬਰਾਹਮ ਖੁਦਾ ਦੇ ਆਤਮਾ ਦੇ ਨਾਲ ਭਰਿਆ ਹੋਇਆ ਮਨੁੱਖ ਸੀਗਾ, ਖੁਦਾ ਦਾ ਚੁਣਿਆ ਹੋਇਆ ਬੀਜ ਸੀਗਾ, ਵਿਸ਼ਵਾਸ ਦਾ ਪਿਤਾ ਸੀਗਾ। ਉਹਨੇ ਕੀ ਕਿਹਾ? ਉਹਨੇ ਇਹ ਨਹੀਂ ਕਿਹਾ ਵੀ ਮੈਂ ਤੈਨੂੰ ਬਲੀ ਦੇਣ ਲਈ ਜਾ ਰਿਹਾ। ਉਹਨੇ ਇਹ ਕਿਹਾ ਵੀ ਹੋਮ ਦੀ ਬਲੀ ਲਈ ਲੇਲਾ ਆਪ ਖੁਦਾ ਦਊਗਾ। ਉਹ ਕਹਿੰਦਾ ਖੁਦਾ ਆਪੇ ਦਊਗਾ। ਉਹਨੇ ਇਹ ਗੱਲ ਆਪਣੇ ਪੁੱਤਰ ਨੂੰ ਕਹੀ। ਉਹਨੇ ਇਹ ਨਹੀਂ ਕਿਹਾ ਵੀ ਮੈਂ ਤੈਨੂੰ ਬਲੀ ਦੇਣ ਲਈ ਜਾ ਰਿਹਾ, ਕਿਉਂਕਿ ਉਹ ਜਾਣਦਾ ਸੀਗਾ ਵੀ ਖੁਦਾ ਦੇ ਕੇ ਕਦੇ ਵਾਪਸ ਨਹੀਂ ਲੈਂਦਾ। ਖੁਦਾ ਨੇ ਮੇਰੇ ਨਾਲ ਵਾਅਦਾ ਕੀਤਾ ਆ ਵੀ ਮੈਂ ਤੇਰੀ ਵੰਸ਼ ਨੂੰ ਬਹੁਤ ਵਧਾਵਾਂਗਾ। ਉਹ ਜਾਣਦਾ ਸੀ ਇਸ ਗੱਲ ਨੂੰ। ਉਹ ਉਸ ਥਾਂ ਗਏ, ਜਾ ਪੁੱਜੇ ਜਿਹੜੀ ਖੁਦਾ ਨੇ ਉਸ ਨੂੰ ਦੱਸੀ ਸੀ। ਉੱਥੇ ਅਬਰਾਹਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਉੱਪਰ ਲੱਕੜੀਆਂ ਉੱਤੇ ਰੱਖ ਦਿੱਤਾ। ਤਾਂ ਜਿਵੇਂ ਹੀ ਅਬਰਾਹਮ ਨੇ ਆਪਣਾ ਹੱਥ ਚੁੱਕ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਕੋਹੇ ਤਾਂ ਯਹੋਵਾ ਦੇ ਦੂਤ ਨੇ ਉਸ ਨੂੰ ਆਕਾਸ਼ ਤੋਂ ਪੁਕਾਰਿਆ ਅਬਰਾਹਮ ਅਬਰਾਹਮ। ਉਸ ਉੱਤਰ ਦਿੱਤਾ ਮੈਂ ਹਾਜ਼ਰ ਹਾਂ। ਫਿਰ ਕਹਿੰਦਾ ਮੈਂ ਹਾਜ਼ਰ ਹਾਂ। ਫਿਰ ਉਹ ਕਹਿ ਰਿਹਾ ਪ੍ਰਭੂ ਮੈਂ ਹਾਜ਼ਰ ਹਾਂ। ਉਸ ਆਖਿਆ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਮੈਂ ਜਾਣ ਗਿਆ ਹਾਂ ਕਿ ਤੂੰ ਖੁਦਾ ਤੋਂ ਛੱਡ ਕਿਸੇ ਦਾ ਭੈ ਨਹੀਂ ਖਾਂਦਾ। ਕਹਿੰਦਾ ਸੀ ਤੂੰ ਖੁਦਾ ਦਾ ਭੈ ਖਾਂਦਾ ਆ, ਹੋਰ ਤੂੰ ਕਿਸੇ ਦਾ ਭੈ ਨਹੀਂ ਖਾਂਦਾ। ਮੈਂ ਜਾਣ ਗਿਆ ਹਾਂ ਕਿ ਤੂੰ ਖੁਦਾ ਤੋਂ ਭੈ ਖਾਂਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫਾ ਨਾ ਕੀਤਾ। ਉਹ ਕਹਿੰਦਾ ਮੈਂ ਜਾਣਦਾ ਆ ਵੀ ਤੂੰ ਕਿਸੇ ਤੋਂ ਭੈ ਨਹੀਂ ਖਾਂਦਾ, ਸਿਰਫ ਤੂੰ ਮੇਰੇ ਤੋਂ ਹੀ ਭੈ ਖਾਂਦਾ ਆ। ਤੂੰ ਸਿਰਫ ਖੁਦਾ ਦੇ ਵਚਨ ਤੋਂ ਡਰਦਾ ਆ। ਅੱਜ ਲੋਕ ਕੀ ਕਰਦੇ ਆ? ਖੁਦਾ ਦੇ ਵਚਨ ਤੋਂ ਭੱਜਦੇ ਆ ਲੋਕ। ਉਹ ਕਹਿੰਦੇ ਅਸੀਂ ਖੁਦਾ ਦਾ ਵਚਨ ਨਹੀਂ ਅਸੀਂ ਮੰਨਣਾ। ਖੁਦਾ ਦੇ ਵਚਨ ਤੋਂ ਲੋਕ ਡਰਦੇ ਨਹੀਂ ਆ। ਲੇਕਿਨ ਖੁਦਾ ਅਬਰਾਹਮ ਨੂੰ ਕਹਿ ਰਿਹਾ ਮੈਂ ਜਾਣਦਾ ਹਾਂ ਤੂੰ ਖੁਦਾ ਦੇ ਵਚਨ ਤੋਂ ਭੈ ਖਾਂਦਾ ਆ। ਜਿਹੜੇ ਲੋਕ ਖੁਦਾ ਦੇ ਵਚਨ ਤੋਂ ਭੈ ਖਾਂਦੇ ਆ ਉਹੀ ਖੁਦਾ ਦੇ ਚੁਣੇ ਹੋਏ ਲੋਕ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਖੁਦਾ ਦਾ ਵਚਨ ਜੀਵਨ ਵੀ ਦੇ ਸਕਦਾ ਤੇ ਖੁਦਾ ਦਾ ਵਚਨ ਮੌਤ ਵੀ ਦੇ ਸਕਦਾ ਹੈ। ਇਸੇ ਖੁਦਾ ਦੇ ਵਚਨ ਨੇ ਨੂਹ ਦੀ
ਨੂਹ ਨੂੰ ਤੇ ਉਹਦੇ ਪਰਿਵਾਰ ਨੂੰ ਜੀਵਨ ਦਿੱਤਾ ਸੀ ਤੇ ਬਾਕੀ ਲੋਕਾਂ ਨੂੰ ਉਸੇ ਖੁਦਾ ਦੇ ਵਚਨ ਨੇ ਮੌਤ ਦੇ ਦਿੱਤੀ ਸੀ, ਜਿਨ੍ਹਾਂ ਨੇ ਕਿਸ਼ਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀਗਾ। ਉਸੇ ਖੁਦਾ ਦੇ ਵਚਨ ਨੇ। ਇਸ ਕਰਕੇ ਜਿਹੜਾ ਬੰਦਾ ਖੁਦਾ ਦੇ ਵਚਨ ਤੋਂ ਡਰਦਾ ਆ ਉਹ ਜੀਵਨ ਨੂੰ ਪ੍ਰਾਪਤ ਕਰਦਾ ਹੈ। ਫਿਰ ਯਹੋਵਾ ਦੇ ਦੂਤ ਨੇ ਆਕਾਸ਼ੋਂ ਅਬਰਾਹਮ ਨੂੰ ਦੂਜੀ ਵਾਰ ਸੱਦਿਆ ਅਤੇ ਆਖਿਆ, ਮੈਂ ਆਪ ਆਪਣੀ ਸਹੁੰ ਖਾਦੀ ਹੈ, ਯਹੋਵਾ ਦਾ ਵਾਕ ਹੈ, ਕਿਉਂ ਜੋ ਤੇ ਇਹ ਕੰਮ ਕੀਤਾ ਤੇ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ। ਦੇਖੋ, ਪਹਿਲਾਂ ਖੁਦਾ ਨੇ ਪਰਖ ਕੀਤੀ ਆ। ਖੁਦਾਵੰਦ ਐਵੇਂ ਕਿਸੇ ਨੂੰ ਬਰਕਤ ਨਹੀਂ ਦੇ ਦਿੰਦਾ। ਤੁਹਾਨੂੰ ਪਤਾ, ਕੁਝ ਲੋਕਾਂ ਕੋਲ ਪੈਸਾ ਹੁੰਦਾ, ਬੜਾ ਬਰਕਤਾਂ ਹੁੰਦੀਆਂ ਆ, ਹੋ ਸਕਦਾ ਆ ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹ ਬਰਕਤ ਖੁਦਾ ਵੱਲੋਂ ਨਾ ਹੋਵੇ। ਪੈਸਾ ਜਾਂ ਬਰਕਤ ਹੋਣੀ ਇਹ ਨਿਸ਼ਾਨੀ ਨਹੀਂ ਆ ਵੀ ਖੁਦਾ ਤੁਹਾਡੇ ਨਾਲ ਆ। ਸ਼ੈਤਾਨ ਵੀ ਬਰਕਤਾਂ ਦੇ ਦਿੰਦਾ ਹੈ, ਕੋਈ ਵੱਡੀ ਗੱਲ ਨਹੀਂ ਹੈ, ਠੀਕ ਹੈ ਨਾ। ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅਤ ਵਧਾਵਾਂਗਾ ਅਤੇ ਤੇਰੀ ਅੰਸ਼ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਕਹਿੰਦਾ ਤੇਰੀ ਅੰਸ਼ ਵੈਰੀਆਂ ਦੇ ਫਾਟਕਾਂ ਉੱਤੇ ਕਬਜ਼ਾ ਕਰੇਗੀ ਅਤੇ ਤੇਰੀ ਅੰਸ਼ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਣਗੀਆਂ। ਬਰਕਤ ਦੇ ਰਿਹਾ ਖੁਦਾ, ਕਦੋਂ? ਪਰਖਣ ਤੋਂ ਬਾਅਦ। ਅੱਜ ਖੁਦਾ ਆਪਣੇ ਲੋਕਾਂ ਨੂੰ ਪਰਖ ਰਿਹਾ ਧਰਤੀ ਤੇ। ਉਹਨੇ ਧਰਤੀ ਤੇ ਆਪਣੇ ਲੋਕਾਂ ਨੂੰ ਰੱਖਿਆ, ਆਪਣੀ ਦੁਲਹਨ ਨੂੰ ਰੱਖਿਆ ਆ। ਹਰ ਸੈਕਿੰਡ, ਹਰ ਇੱਕ ਮਿੰਟ, ਹਰ ਇੱਕ ਘੜੀ, ਹਰ ਇੱਕ ਪਲ ਉਹ ਆਪਣੇ ਲੋਕਾਂ ਦੀ ਪਰਖ ਕਰਦਾ। ਇਹ 'ਚ ਕੋਈ ਕਮੀ ਤਾਂ ਨਹੀਂ, ਇਹਦੇ ਵਿੱਚ ਕੋਈ ਕਮੀ ਤਾਂ ਨਹੀਂ। ਉਹ ਆਪਣੀ ਕਮੀਆਂ ਦੂਰ ਕਰ ਰਿਹਾ। ਜਿੱਦਣ ਉਹ ਕਮੀਆਂ ਦੂਰ ਹੋ ਜਾਣਗੀਆਂ, ਦੁਲਹਨ ਪੂਰੀ ਤਰ੍ਹਾਂ ਪਰਫੈਕਟ ਹੋ ਜਾਵੇਗੀ ਵਚਨ ਦੇ ਨਾਲ, ਉਸੇ ਦਿਨ ਰੈਪਚਰ ਹੋ ਜਾਵੇਗਾ। ਅੱਜ ਕੀ ਹੋ ਰਿਹਾ? ਖੁਦਾਵੰਦ ਪੂਰਾ ਕਰ ਰਿਹਾ ਆਪਣੀ ਦੁਲਹਨ ਨੂੰ, ਸ਼ਿੰਗਾਰ ਰਿਹਾ ਤਾਂ ਕਿ ਦੁਲਹਨ ਵਚਨ ਦੇ ਨਾਲ ਸ਼ਿੰਗਾਰੀ ਜਾਵੇ ਪੂਰੀ ਤਰ੍ਹਾਂ। ਜਿੱਦਣ ਸ਼ਿੰਗਾਰ ਪੂਰਾ ਹੋ ਗਿਆ, ਉਸ ਦਿਨ ਰੈਪਚਰ ਵੀ ਹੈ। ਤੇ ਤੁਸੀਂ ਦੇਖੋ ਕਿੱਦਾਂ ਅਬਰਾਹਮ ਨੂੰ ਖੁਦਾ ਨੇ ਬਰਕਤ ਦਿੱਤੀ, ਲੇਕਿਨ ਪਹਿਲਾਂ ਉਹਨੂੰ ਪਰਖਿਆ ਗਿਆ। ਅਸੀਂ ਕੱਢਾਂਗੇ ਵਿਵਸਥਾ ਸਾਰ 8:2, ਵਿਵਸਥਾ ਸਾਰ 8:1 ਤੋਂ ਪੜ੍ਹ ਲਵਾਂਗੇ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਸ ਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਸ ਦੇ ਵਿੱਚ ਯਹੋਵਾ ਤੁਹਾਡਾ ਖੁਦਾ ਤੁਹਾਨੂੰ 40 ਵਰ੍ਹੇ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ। ਹੁਣ ਤੁਹਾਨੂੰ ਪਤਾ, ਖੁਦਾਵੰਦ ਮੂਸਾ ਦੇ ਦੁਆਰਾ ਆਪਣੀ ਪ੍ਰਜਾ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲੈ ਆਇਆ, ਲੇਕਿਨ ਕੀ ਇੱਕਦਮ ਉਹਨੇ ਉਸ ਦੇਸ਼ ਵਿੱਚ ਪਹੁੰਚਾ ਦਿੱਤਾ? ਉਹਨਾਂ ਨੂੰ ਨਹੀਂ ਪਹੁੰਚਾਇਆ, ਕਿਉਂਕਿ ਖੁਦਾਵੰਦ ਜਾਣਦਾ ਸੀ ਇਹਨਾਂ ਦੇ ਵਿੱਚ ਦੋਗਲੇ ਆ, ਮਿਕਸ ਆ। ਜਿੱਦਾਂ ਸਾਡੇ ਯੁੱਗ ਦੇ ਨਬੀ ਨੇ ਕਿਹਾ, ਚਰਚ ਵਿੱਚ 3 ਤਰ੍ਹਾਂ ਦੇ ਵਿਸ਼ਵਾਸੀ ਆਉਂਦੇ ਆ। ਇੱਕ ਹੁੰਦਾ ਆ ਢੋਂਗੀ ਵਿਸ਼ਵਾਸੀ, ਇੱਕ ਹੁੰਦਾ ਆ ਅਵਿਸ਼ਵਾਸੀ, ਇੱਕ ਹੁੰਦਾ ਵਿਸ਼ਵਾਸੀ। ਇਸੇ ਤਰ੍ਹਾਂ ਇਹ ਰਲੀ ਮਿਲੀ ਭੀੜ ਸੀਗੀ ਤੇ ਖੁਦਾ ਨੇ ਇਹਨਾਂ ਨੂੰ ਹੁਣ ਪਰਖਣਾ ਸੀਗਾ, ਕਿਉਂਕਿ ਪਰਖ ਵਿੱਚੋਂ ਕੌਣ ਪਾਸ ਹੁੰਦਾ? ਜਿਹੜਾ ਚੁਣਿਆ ਹੋਇਆ ਹੁੰਦਾ ਖੁਦਾ ਦਾ, ਠੀਕ ਹੈ ਨਾ। ਖੁਦਾ ਤੁਹਾਨੂੰ 40 ਵਰ੍ਹੇ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਬਈ ਤੁਹਾਡੇ ਮਨ ਵਿੱਚ ਕੀ ਹੈ। ਤੁਹਾਨੂੰ ਪਤਾ, ਖੁਦਾਵੰਦ ਹਰ ਇੱਕ ਬੰਦੇ ਨੂੰ ਪਰਖਦਾ ਹੈ, ਉਹਦੇ ਮਨ 'ਚ ਕੀ ਆ। ਕੋਈ ਬੰਦਾ ਖੁਦਾ ਨੂੰ ਧੋਖਾ ਨਹੀਂ ਦੇ ਸਕਦਾ। ਮਨੁੱਖ ਨੂੰ ਧੋਖਾ ਦੇ ਸਕਦਾ ਆ, ਲੇਕਿਨ ਕੋਈ ਵੀ ਬੰਦਾ, ਕੋਈ ਵੀ ਭੈਣ ਭਾਈ ਪਵਿੱਤਰ ਆਤਮਾ ਨੂੰ ਧੋਖਾ ਨਹੀਂ ਦੇ ਸਕਦਾ। ਹਨਨਿਆ ਸ਼ਫੀਰਾ ਨੇ ਪਤਰਸ ਨੂੰ ਬੰਦਾ ਸਮਝ ਲਿਆ ਸੀਗਾ ਤੇ ਉਹਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਖੇਤ ਦੇ ਮੁੱਲ ਵਿੱਚੋਂ ਥੋੜਾ ਜਿਹਾ ਹਿੱਸਾ ਉਹਨੂੰ ਦਿੱਤਾ। ਜੋ ਵਾਅਦਾ ਕੀਤਾ ਸੀ ਖੁਦਾ ਨਾਲ, ਉਹ ਨਹੀਂ ਸੀ ਦੇ ਰਹੇ। ਲੇਕਿਨ ਕੀ ਹੋਇਆ? ਪਤਰਸ ਨੇ ਕੀ ਕਿਹਾ ਸੀਗਾ? ਕਹਿੰਦਾ ਤੁਸੀਂ ਮਨੁੱਖ ਦੇ ਨਾਲ ਨਹੀਂ, ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ। ਅੱਜ ਲੋਕ ਇਹੀ ਗਲਤੀ ਕਰਦੇ ਆ। ਲੋਕ ਅੱਜ ਇਹੀ ਗਲਤੀ ਕਰਦੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਖੁਦਾ ਦੇਹਧਾਰੀ ਕਿੱਥੇ ਆ, ਉਹ ਕਿਹਦੇ ਵਿੱਚ ਦੇਹਧਾਰੀ ਆ। ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਅੱਜ, ਤੇ ਉਹ ਝੂਠ ਬੋਲਦੇ ਆ, ਠੀਕ ਆ, ਤੇ ਉਸ ਪਰਖ ਦੇ ਵਿੱਚੋਂ ਫੇਲ ਹੋ ਜਾਂਦੇ ਆ। ਲੇਕਿਨ ਬਾਈਬਲ ਬਿਆਨ ਕਰ ਰਹੀ ਹੈ, ਇੱਥੇ ਲਿਖਿਆ ਆ, ਉਹ ਤੁਹਾਨੂੰ ਪਰਖੇ ਅਤੇ ਜਾਣੇ ਬਈ ਤੁਹਾਡੇ ਮਨ ਵਿੱਚ ਕੀ ਹੈ। ਖੁਦਾਵੰਦ ਮਨਾਂ ਨੂੰ ਜਾਂਚ ਲੈਂਦਾ ਹੈ ਵੀ ਤੁਹਾਡੇ ਮਨ 'ਚ ਕੀ ਆ। ਤੁਸੀਂ ਖੁਦਾ ਨੂੰ ਕਿੰਨੇ ਕੁ ਸਮਰਪਿਤ ਹੋ, ਕਿੰਨਾ ਕਿ ਤੁਸੀਂ ਖੁਦਾ ਦੇ ਕੰਮਾਂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ,
ਕਿੰਨਾ ਕਿ ਤੁਹਾਡੇ ਅੰਦਰ ਖੁਦਾ ਦੇ ਗੁਣ ਭਰੇ ਆ, ਕਿਉਂਕਿ ਖੁਦਾ ਦਾ ਗੁਣ ਐਵੇਂ ਅੰਦਰ ਨਹੀਂ ਆਂਦਾ। ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਹੋਵੇਗਾ ਉਦੋਂ ਹੀ ਤੁਹਾਡੇ ਅੰਦਰ ਗੁਣ ਵੀ ਪ੍ਰਗਟ ਹੋ ਜਾਣਗੇ, ਜੋ ਕਿ ਲੋਕਾਂ ਦੇ ਸਾਹਮਣੇ ਤੁਸੀਂ ਪੇਸ਼ ਕਰੋਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਵੀ ਤੁਸੀਂ ਖੁਦਾ ਦੇ ਬੰਦੇ ਹੋ, ਤੁਸੀਂ ਖੁਦਾ ਦੇ ਧੀਆਂ ਪੁੱਤਰ ਹੋ। ਲੇਕਿਨ ਜਦੋਂ ਤੱਕ ਤੁਹਾਡੇ ਅੰਦਰ ਗੁਣ ਨਹੀਂ ਆ ਉਦੋਂ ਤੱਕ ਪਤਾ ਨਹੀਂ ਲੱਗੇਗਾ ਵੀ ਤੁਸੀਂ ਖੁਦਾ ਦੇ ਲੋਕ ਹੋ, ਕਿਉਂਕਿ ਗੁਣ ਇਦਾਂ ਅੰਦਰ ਨਹੀਂ ਆਂਦਾ। ਗੁਣ ਉਸੇ ਬੰਦੇ ਅੰਦਰ ਹੁੰਦਾ ਜਿਹਦੇ ਅੰਦਰ ਖੁਦਾ ਦਾ ਆਤਮਾ ਕੰਮ ਕਰਦਾ, ਕਿਉਂਕਿ ਖੁਦਾ ਦਾ ਆਤਮਾ ਕੀ ਕਰਦਾ, ਬੰਦੇ ਨੂੰ ਹਰ ਇੱਕ ਗਲਤੀ ਤੋਂ ਸੁਧਾਰ ਦਿੰਦਾ ਹੈ। ਖੁਦਾ ਦਾ ਆਤਮਾ ਇਹ ਕੰਮ ਕਰਦਾ ਸਭ ਤੋਂ ਪਹਿਲਾਂ ਆ ਕੇ, ਫਿਰ ਆਪਣੇ ਵਚਨ ਦੇ ਵਿੱਚ ਲਈ ਚੱਲਦਾ ਉਸ ਬੰਦੇ ਨੂੰ। ਅਰਥਾਤ ਕੀ ਤੁਸੀਂ ਉਸਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ? ਕਹਿੰਦਾ ਖੁਦਾ ਪਰਖਦਾ ਆ, ਉਹਨੇ ਪਰਖਿਆ ਇਜ਼ਰਾਈਲੀਆਂ ਨੂੰ ਵੀ ਉਹ ਉਹਦੇ ਹੁਕਮਾਂ ਤੇ ਚੱਲਣਗੇ ਵੀ ਕਿ ਨਹੀਂ ਚੱਲਣਗੇ। 40 ਦਿਨ ਦਾ ਸਫ਼ਰ ਤੇ 40 ਸਾਲ ਲਗਾ ਦਿੱਤੇ। ਇਹ ਖੁਦਾ ਦੀ ਇੱਕ ਯੋਜਨਾ ਸੀ। ਜੇ ਖੁਦਾ ਚਾਹੁੰਦਾ ਤੇ ਉਹਨਾਂ ਨੂੰ 40 ਦਿਨ ਦੇ ਵਿੱਚ ਹੀ ਉਸ ਦੇਸ਼ ਵਿੱਚ ਪਹੁੰਚਾ ਸਕਦਾ ਸੀਗਾ, ਲੇਕਿਨ ਖੁਦਾ ਨੇ 40 ਸਾਲ ਲਗਾ ਦਿੱਤੇ ਤਾਂ ਕਿ ਉਹ ਲੋਕਾਂ ਦੀ ਪਰਖ ਕਰੇ। ਅੱਜ ਵੀ ਖੁਦਾਵੰਦ ਕਈ ਵਾਰੀ ਕਿਸੇ ਮਨੁੱਖ ਦੇ ਜੀਵਨ 'ਚ ਕੰਮ ਨਹੀਂ ਕਰਦਾ, ਛੇਤੀ ਕੰਮ ਨਹੀਂ ਕਰਦਾ, ਕਿਉਂਕਿ ਉਹ ਪਰਖਦਾ ਹੈ। ਤੁਸੀਂ ਇਬਰਾਹਿਮ ਨੂੰ ਵੇਖੋ, 25 ਸਾਲ ਤੱਕ ਉਹਦੀ ਪਰਖ ਹੁੰਦੀ ਰਹੀ। ਉਹਨੂੰ ਕਿਹਾ ਸੀ ਮੈਂ ਤੁਹਾਨੂੰ ਪੁੱਤਰ ਦਵਾਂਗਾ, ਲੇਕਿਨ 25 ਸਾਲ ਬਾਅਦ ਉਹਨੂੰ ਪੁੱਤਰ ਦਿੱਤਾ। ਤੇ ਬਾਈਬਲ ਬਿਆਨ ਕਰਦੀ ਆ, ਸਾਡੇ ਯੁੱਗ ਦੇ ਨਬੀ ਨੇ ਕਿਹਾ ਵੀ ਅਬਰਾਹਮ ਵਿਸ਼ਵਾਸ ਦੇ ਵਿੱਚ ਜਿੱਦਾਂ ਸਮਾਂ ਬੀਤ ਰਿਹਾ ਸੀ ਉਹਦਾ ਵਿਸ਼ਵਾਸ ਵਧੀ ਜਾ ਰਿਹਾ ਸੀਗਾ, ਉਹਦਾ ਵਿਸ਼ਵਾਸ ਘਟਿਆ ਨਹੀਂ, ਵਧਿਆ ਆ। ਕਿਉਂਕਿ ਖੁਦਾ ਦੇ ਬੰਦੇ ਜਾਣਦੇ ਆ ਵੀ ਜੋ ਵਾਅਦਾ ਖੁਦਾ ਨੇ ਸਾਡੇ ਨਾਲ ਕੀਤਾ ਆ ਉਹ ਪੂਰਾ ਹੋਵੇਗਾ। ਜੇ ਖੁਦਾ ਨੇ ਵਾਅਦਾ ਕੀਤਾ ਆ ਵੀ ਮੈਂ ਤੁਹਾਨੂੰ ਹੋਰ ਦਾ ਹੋਰ ਕਰ ਦਵਾਂਗਾ, ਰੈਪਚਰ ਵਿੱਚ ਲੈ ਜਾਵਾਂਗਾ, ਤੇ ਉਹ ਵਾਅਦਾ ਸੱਚ ਹੈ ਤੇ ਆਮੀਨ ਹੈ। ਤੇ ਉਸ ਵਾਅਦੇ ਤੇ ਟਿਕੇ ਕਿਨੇ ਰਹਿਣਾ ਆ? ਸਰੀਰਕ ਮਨੁੱਖ ਨਹੀਂ ਟਿਕ ਸਕਦੇ, ਜਿਹੜੇ ਸ਼ੈਤਾਨੀ ਆ, ਸਰੀਰ ਨਾਲ ਭਰੇ ਹੋਏ ਆ। ਆਤਮਿਕ ਲੋਕ ਟਿਕੇ ਰਹਿੰਦੇ ਉਸ ਵਾਅਦੇ ਉੱਪਰ। ਉਹਨਾਂ ਨੂੰ ਪਤਾ ਖੁਦਾ ਨੇ ਵਾਅਦਾ ਕੀਤਾ ਆ ਤੇ ਉਹ ਸਾਨੂੰ ਲੈ ਕੇ ਜਾਵੇਗਾ। ਲਾੜੀ ਜਾਣਦੀ ਆ, ਦੁਲਹਨ ਜਾਣਦੀ ਆ ਵੀ ਖੁਦਾ ਸਾਨੂੰ ਲੈ ਕੇ ਜਾਵੇਗਾ, ਕਿਉਂਕਿ ਖੁਦਾਵੰਦ ਅੱਜ ਆਪਣੀ ਦੁਲਹਨ ਦੇ ਅੰਦਰ ਬੈਠ ਗਿਆ ਆ ਕੇ। ਅੱਜ ਲੋਕੀ ਲੱਭ ਰਹੇ ਆ ਯੀਸ਼ੂ ਮਸੀਹ ਕਿੱਥੇ ਆ, ਲੋਕਾਂ ਨੂੰ ਪਤਾ ਨਹੀਂ ਯੀਸ਼ੂ ਮਸੀਹ ਦੁਲਹਨ ਦੇ ਅੰਦਰ ਬੈਠ ਗਿਆ ਹੈ। ਕਿਉਂਕਿ ਜਿਹੜੇ ਲੋਕ ਵਚਨ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਆ ਉਹਨਾਂ ਦੇ ਅੰਦਰ ਪ੍ਰਭੂ ਯੀਸ਼ੂ ਮਸੀਹ ਆ। ਤੇ ਇੱਥੇ ਖੁਦਾ ਨੇ ਇਹਨਾਂ ਲੋਕਾਂ ਨੂੰ ਪਰਖਿਆ, ਲੇਕਿਨ ਇਹ ਲੋਕ ਪਰਖਾਂ ਦੇ ਵਿੱਚੋਂ ਫੇਲ ਹੋ ਗਏ। ਅੱਜ ਬਹੁਤ ਸਾਰੇ ਲੋਕ ਸੰਦੇਸ਼ ਨੂੰ ਗ੍ਰਹਿਣ ਕਰਦੇ ਆ ਕੇ, ਲੇਕਿਨ ਜਦੋਂ ਪਰਖ ਹੁੰਦੀ ਆ ਉਹ ਲੋਕ ਫੇਲ ਹੋ ਜਾਂਦੇ ਆ। ਉਹ ਕਹਿੰਦੇ ਇਸ ਸੰਦੇਸ਼ ਦੇ ਚਰਚ ਸਾਨੂੰ ਬਰਕਤ ਨਹੀਂ ਮਿਲੀ, ਇਸ ਸੰਦੇਸ਼ ਦੇ ਚਰਚੇ ਬੜੀ ਸਖਤੀ, ਹੋਰ ਚਰਚੇ ਚਲ ਜਾਵਾਂਗੇ। ਜਿੱਥੇ ਮਰਜ਼ੀ ਚਲੇ ਜਾਵੋ, ਪਰਖ ਦੇ ਵਿੱਚੋਂ ਤਾਂ ਨਿਕਲਣਾ ਹੀ ਪਵੇਗਾ। ਖੁਦਾਵੰਦ ਤੁਹਾਡੀ ਜਾਂਚ ਕਰੇਗਾ। ਜਾਂਚ ਹੁੰਦੀ ਆ, ਐਵੇਂ ਕੋਈ ਰੈਪਚਰ 'ਚ ਨਹੀਂ ਜਾ ਸਕਦਾ ਵੀ ਕੋਈ ਕਵੇ ਜੀ ਮੈਂ ਬਿਨਾਂ ਜਾਂਚ ਤੋਂ ਹੀ ਬਚਾ ਲਿਆ ਜਾਵਾਂਗਾ, ਉਠਾ ਲਿਆ ਜਾਵਾਂਗਾ। ਏਦਾਂ ਨਹੀਂ, ਖੁਦਾਵੰਦ ਆਪਣੇ ਲੋਕਾਂ ਨੂੰ ਪਰਖਦਾ ਆ। ਉਹਨਾਂ 'ਚ ਕੋਈ ਵੀ ਨਿਕੰਮੀ ਗੱਲ ਉਹ ਰਹਿਣ ਨਹੀਂ ਦਿੰਦਾ। ਪੂਰਾ ਪਰਫੈਕਟ ਕਰਕੇ ਖੁਦਾ ਨੇ ਆਪਣੀ ਦੁਲਹਨ ਨੂੰ ਲੈ ਕੇ ਜਾਣਾ ਹੈ, ਕਿਉਂਕਿ ਖੁਦਾਵੰਦ ਖੁਦ ਪਰਫੈਕਟ ਆ, ਉਹ 100% ਆ, ਠੀਕ ਹੈ ਨਾ। ਤੇ ਉਹਨੇ ਆਪਣੀ ਦੁਲਹਨ ਨੂੰ ਵੀ 100% ਕਰਨਾ ਹੈ, ਬਿਨਾਂ ਕਿਸੇ ਦਾਗ ਧੱਬੇ ਤੋਂ ਉਹਨੇ ਆਪਣੀ ਦੁਲਹਨ ਨੂੰ ਲੈ ਕੇ ਜਾਣਾ ਹੈ। ਇਸ ਤਰ੍ਹਾਂ ਉਹ ਲੈ ਕੇ ਨਹੀਂ ਜਾਵੇਗਾ। ਨਬੀ ਨੇ ਕਿਹਾ ਪ੍ਰਭੂ ਦੋਗਲੇ ਕੋ ਨਹੀਂ ਲੈਣੇ ਆ ਰਹਾ। ਨਬੀ ਕਹਿੰਦਾ ਪ੍ਰਭੂ ਦੋਗਲੇ ਬੰਦੇ ਨੂੰ ਲੈਣ ਨਹੀਂ ਆ ਰਿਹਾ, ਵੀ ਜਿਹੜਾ ਸੰਸਾਰ 'ਚ ਵੀ ਤੁਰਿਆ ਫਿਰਦਾ ਆ। ਤੇ ਉਹ ਕਹਿੰਦਾ ਜੀ ਮੈਂ ਸੰਦੇਸ਼ ਨੂੰ ਵੀ ਮੰਨ ਰਿਹਾ ਆ। ਪ੍ਰਭੂ ਦੋਗਲੇ ਬੰਦੇ ਨੂੰ ਲੈਣ ਨਹੀਂ ਆ ਰਿਹਾ, ਕਿਉਂਕਿ ਖੁਦਾ ਕਹਿੰਦਾ ਦੋਗਲੇ ਨੂੰ ਮੈਂ ਆਪਣੇ ਮੂੰਹ ਦੇ ਵਿੱਚੋਂ ਉਗਲ ਸੁੱਟਾਂਗਾ। ਦੋਗਲੇ ਬੰਦੇ ਦਾ ਖੁਦਾ ਨਹੀਂ ਹੁੰਦਾ ਕਦਾ, ਠੀਕ ਹੈ ਨਾ। ਜਾਂ ਤਾਂ ਤੁਸੀਂ ਸੰਸਾਰ ਨੂੰ ਮੰਨੋ ਜਾਂ ਫਿਰ ਖੁਦਾ ਨੂੰ ਮੰਨੋ, ਕਿਉਂਕਿ ਏਲੀਆ ਨੇ ਇਹੀ ਕਿਹਾ ਸੀਗਾ, ਜਾਂ ਤਾਂ ਬਾਲ ਜ਼ਬੂਲ ਦੀ ਭਗਤੀ ਕਰੋ ਜਾਂ ਫਿਰ ਜਿਉਂਦੇ ਯਹੋਵਾ ਦੀ ਭਗਤੀ ਕਰੋ। ਜਿਹੜਾ ਅੱਗ ਦੇ ਨਾਲ ਜਵਾਬ ਦਵੇ ਤੁਸੀਂ ਉਹਦੀ ਭਗਤੀ ਕਰੋ। ਤੇ ਅੱਜ ਅੱਗ ਦੇ ਨਾਲ ਕਿਹਨੇ ਜਵਾਬ ਦਿੱਤਾ ਆ? ਉਸ ਸਮੇਂ ਏਲੀਆ ਨਬੀ ਨੇ ਕਿਹਾ ਸੀਗਾ ਵੀ ਖੁਦਾ ਅੱਗ ਦੇ ਨਾਲ ਜਵਾਬ ਦਊਗਾ ਤੇ ਤੁਸੀਂ ਉਹਦੀ ਭਗਤੀ ਫਿਰ ਕਰਨੀ ਆ। ਜੇ ਬਾਲ ਅੱਗ ਦੇ ਨਾਲ ਜਵਾਬ ਦਵੇ ਉਹਦੀ ਭਗਤੀ ਕਰਿਓ। ਲੇਕਿਨ ਬਾਲ ਦੇ ਨਬੀਆਂ ਨੇ ਬੜਾ ਪੁਕਾਰਿਆ ਵੀ ਕੋਈ ਚਿੰਨ੍ਹ ਪ੍ਰਗਟ ਹੋਵੇ, ਲੇਕਿਨ ਕੁਝ ਪ੍ਰਗਟ ਨਹੀਂ ਹੋਇਆ। ਲੇਕਿਨ ਜਦੋਂ ਏਲੀਆ ਨੇ ਕਿਹਾ ਤੇ ਉਦੋਂ ਅੱਗ ਆਈ ਤੇ ਲੱਕੜਾਂ ਨੂੰ ਉਸ ਜੋ ਵੀ ਬਲੀ ਰੱਖੀ ਗਈ ਸੀ ਉਸ ਨੂੰ ਚੱਟ ਕਰ ਗਈ। ਅੱਜ ਵੀ ਜਦੋਂ ਸਾਡੇ ਯੁੱਗ ਦੇ ਵਿੱਚ ਇੱਕ ਨਬੀ ਆਇਆ ਜਿਹਦਾ ਨਾਮ ਭਾਈ ਵਿਲੀਅਮ ਮੈਰੀਨ ਬ੍ਰੈਨਮ ਸੀਗਾ, ਅੱਗ ਦਾ ਖੰਭਾ ਉਹਦੇ ਨਾਲ ਰਹਿੰਦਾ ਸੀਗਾ, ਤੇ ਉਹਨੇ ਮਿਸ਼ਨਾਂ ਜਥੇਬੰਦੀਆਂ ਨੂੰ ਸੰਸਾਰ ਨੂੰ ਲਲਕਾਰਿਆ ਵੀ ਦਿਖਾਓ ਕਿੱਥੇ ਹੈ ਪਿਤਾ ਪੁੱਤਰ ਪਵਿੱਤਰ ਆਤਮਾ ਵਾਲਾ ਬਸਮਾ। ਤੇ ਕੋਈ ਵੀ ਉਹਦੇ ਅੱਗੇ ਜਵਾਬ ਨਹੀਂ ਦੇ ਸਕਿਆ, ਕਿਉਂਕਿ ਖੁਦਾਵੰਦ ਆਪਣੇ ਲੋਕਾਂ ਦੇ ਨਾਲ ਅੱਗ ਦੇ ਨਾਲ ਜਵਾਬ ਦਿੰਦਾ ਹੈ, ਠੀਕ ਹੈ ਨਾ। ਅੱਜ ਵੀ ਖੁਦਾ ਅੱਗ ਦੇ ਨਾਲ ਜਵਾਬ ਦੇ ਰਿਹਾ ਆ। ਤੇ ਅੱਗ ਕੀ ਆ?
ਖੁਦਾ ਦਾ ਵਚਨ ਅੰਤ ਸਮੇਂ ਦਾ ਸੰਦੇਸ਼ ਹੀ ਉਹ ਆਗਾ ਜਿਹਦੇ ਨਾਲ ਅੱਜ ਮਿਸ਼ਨਾਂ ਜਥੇਬੰਦੀਆਂ ਨੂੰ ਹਰੇਕ ਬੰਦੇ ਨੂੰ ਜਵਾਬ ਦੇ ਰਿਹਾ ਹੈ। ਤੇ ਲੋਕਾਂ ਦੇ ਹੌਸਲੇ ਢਹਿ ਜਾਂਦੇ ਆ ਜਦੋਂ ਲੋਕੀ ਸੰਦੇਸ਼ ਦੇ ਵਿੱਚ ਆਪਣਾ ਜੀਵਨ ਪਵਿੱਤਰ ਆਤਮਾ ਨਾਲ ਭਰ ਕੇ ਲੋਕਾਂ ਦੇ ਅੱਗੇ ਪੇਸ਼ ਕਰਦੇ ਆ। ਉਦੋਂ ਲੋਕੀ ਕਹਿੰਦੇ ਹਾਂ ਵੀ ਇਹ ਬੰਦਾ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ, ਵਚਨ ਦੇ ਨਾਲ ਭਰਿਆ ਹੋਇਆ, ਇਹ ਬੰਦਾ ਸਰੀਰ ਦੀ ਗੱਲਾਂ ਨਹੀਂ ਕਰਦਾ, ਇਹ ਬੰਦਾ ਖੁਦਾ ਦੇ ਵਚਨ 'ਚ ਚੱਲਦਾ ਹੈ। ਇਸ ਕਰਕੇ ਨਬੀ ਕਹਿੰਦਾ, ਨਬੀ ਨੇ ਕਹਾ ਪ੍ਰੀਖਿਆ ਆਪਕੋ ਸਾबित करने के लिए आती है। ਨਬੀ ਕਹਿੰਦਾ ਜਦੋਂ ਪ੍ਰੀਖਿਆ ਆਂਦੀ ਤੁਹਾਨੂੰ ਸਾਬਤ ਕਰਨ ਵਾਸਤੇ ਆਂਦੀ ਆ। ਲੋਕ ਸੋਚਦੇ ਵੀ ਮੈਂ ਮੁਸੀਬਤ 'ਚ ਫਸ ਗਿਆ, ਮੇਰੇ ਉੱਪਰ ਤੰਗੀ ਕਿਉਂ ਆ ਗਈ ਪ੍ਰਭੂ, ਸਭ ਕੁਝ ਸਹੀ ਚੱਲ ਰਿਹਾ ਸੀਗਾ। ਲੇਕਿਨ ਸਾਡੇ ਯੁੱਗ ਦੇ ਨਬੀ ਨੇ ਕਿਹਾ ਜੇ ਸ਼ੈਤਾਨ ਤੁਹਾਡੇ ਮਗਰ ਨਹੀਂ ਪਿਆ ਹੋਇਆ ਤੇ ਫਿਰ ਉਹ ਤੁਹਾਡੇ ਅੰਦਰ ਬੈਠਾ ਆ। ਜੇ ਤੇ ਸ਼ੈਤਾਨ ਤੁਹਾਡੇ ਮਗਰ ਪਿਆ ਆ ਤੇ ਸਮਝ ਲਓ ਤੁਸੀਂ ਸ਼ੈਤਾਨ ਦੇ ਹੱਥ ਵਿੱਚ ਹਲੇ ਤੱਕ ਨਹੀਂ ਆਏ। ਲੇਕਿਨ ਜੇ ਸ਼ੈਤਾਨ ਤੁਹਾਡੇ ਮਗਰ ਨਹੀਂ ਆ, ਇਹਦਾ ਮਤਲਬ ਆ ਉਹ ਤੁਹਾਡੇ ਅੰਦਰ ਹੀ ਬੈਠਾ ਆ, ਤੁਹਾਨੂੰ ਭੱਜਣ ਦੀ ਲੋੜ ਹੀ ਨਹੀਂ। ਠੀਕ ਹੈ ਨਾ। ਇਸ ਕਰਕੇ ਨਬੀ ਕਹਿੰਦਾ ਪ੍ਰੀਖਿਆ ਆਪਕੋ ਸਾबित करने के लिए आती है। ਸਾਬਤ ਕਰਦੀ ਹੈ ਪ੍ਰੀਖਿਆ ਜਦੋਂ ਕਿਸੇ ਬੰਦੇ ਤੇ ਆਂਦੀ ਹੈ, ਜਦੋਂ ਖੁਦਾ ਦੇ ਚੁਣੇ ਹੋਏ ਲੋਕਾਂ ਦੇ ਪ੍ਰੀਖਿਆ ਆਂਦੀ ਤੇ ਉਹਨੂੰ ਸਾਬਤ ਕਰਦੀ ਆ ਵੀ ਇਹ ਮੇਰਾ ਚੁਣਿਆ ਹੋਇਆ ਹੈ, ਸਾਬਤ ਕਰ ਦਿੰਦੀ ਹੈ। ਨਬੀ ਨੇ ਕਹਾ ਸ਼ਰਦਕ ਮੇਸ਼ਕ ਅਬੇਦਨਗੋ, ਕਹਿੰਦੇ ਇਹਨਾਂ ਤੇ ਵੀ ਪਰਖ ਆਈ ਸੀਗੀ, ਉੱਥੇ ਹੋਰ ਵੀ ਬੜੇ ਇਜ਼ਰਾਈਲੀ ਸੀਗੇ, ਲੇਕਿਨ ਨਬੀ ਕਹਿੰਦਾ ਸ਼ਰਦਕ ਮੇਸ਼ਕ ਅਬੇਦਨਗੋ ਕੌਣ ਸੀ? ਦੁਲਹਨ ਸੀ ਉਹ, ਤੇ ਬਾਕੀ ਕੌਣ ਸੀ? ਜਿਹੜੇ ਉੱਥੇ ਲੋਕ ਬੈਠੇ ਸੀਗੇ ਉਹ ਕਲੀਸਿਆਵਾਂ ਸੀਗੀਆਂ ਜਿਹੜੇ ਝੁਕ ਗਏ ਇੱਕ ਹੁਕਮ ਦੇ ਅੱਗੇ। ਲੇਕਿਨ ਸ਼ਰਦਕ ਮੇਸ਼ਕ ਅਬੇਦਨਗੋ ਨੂੰ ਕਿਹਨੇ ਪ੍ਰਮਾਣਿਤ ਕੀਤਾ? ਉਸ ਅੱਗ ਦੀ ਭੱਠੀ ਦੁਆਰਾ, ਉਸ ਅੱਗ ਦੇ ਦੁਆਰਾ ਉਹ ਪ੍ਰਮਾਣਿਤ ਕੀਤੇ ਗਏ। ਅੱਜ ਸਾਡੇ ਯੁੱਗ ਦੇ ਨਬੀ ਦੀ ਸੇਵਕਾਈ ਕਿਹਦੇ ਦੁਆਰਾ ਪ੍ਰਮਾਣਿਤ ਆ? ਅੱਗ ਦੇ ਖੰਭੇ ਦੇ ਦੁਆਰਾ ਪ੍ਰਮਾਣਿਤ ਆ ਇਹ ਸੇਵਕਾਈ। ਇਸ ਕਰਕੇ ਪਰਖ ਵਿੱਚੋਂ ਪਾਸ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਅੱਗੇ ਤੰਗੀ ਮੁਸੀਬਤ ਆਂਦੀ, ਪਰਖ ਆਂਦੀ ਆ, ਤੁਸੀਂ ਫੇਲ ਹੋ ਜਾਂਦੇ ਹੋ। ਮੰਨ ਲਓ ਸੰਡੇ ਨੂੰ ਕਿਸ ਦਾ ਵਿਆਹ ਆ ਗਿਆ, ਜਿਹੜਾ ਵਿਸ਼ਵਾਸੀ ਹੁੰਦਾ ਉਹਨੂੰ ਪਤਾ ਮੈਂ ਵਚਨ ਨੂੰ ਪੂਰਾ ਕਰਨਾ ਹੈ, ਮੈਂ ਚਰਚ ਆਵਾਂਗਾ, ਉਹ ਬੰਦਾ ਕਦੇ ਵਿਆਹ ਸ਼ਾਦੀ ਤੇ ਨਹੀਂ ਜਾਂਦਾ। ਲੇਕਿਨ ਜਿਹੜਾ ਸਰੀਰਕ ਹੁੰਦਾ ਉਹ ਕਹਿੰਦਾ ਲੈ ਕੋਈ ਗੱਲ ਨਹੀਂ, ਇੱਕ ਸੰਡੇ ਚਰਚ ਨਹੀਂ ਜਾਵਾਂਗੇ ਫਿਰ ਕੀ ਹੋ ਗਿਆ, ਮਾਫੀ ਮੰਗ ਲਵਾਂਗੇ, ਤੇ ਉਹ ਬੰਦਾ ਪਰਖ ਵਿੱਚੋਂ ਫੇਲ ਹੋ ਜਾਂਦਾ ਹੈ। ਇਸ ਕਰਕੇ ਨਬੀ ਕਹਿੰਦਾ ਸ਼ਰਦਕ ਮੇਸ਼ਕ ਅਬੇਦਨਗੋ ਪਰਖ ਦੇ ਵਿੱਚੋਂ ਪਾਸ ਹੋਏ ਸੀਗੇ, ਉਹ ਪਾਸ ਹੋਏ। ਅੱਗ ਦੀ ਭੱਠੀ ਨੇ ਸਾਬਤ ਕੀਤਾ ਸੀ ਵੀ ਉਹ ਕੌਣ ਸੀ। ਉਹ ਅੱਗ ਦੀ ਭੱਠੀ ਨੇ ਸਾਬਤ ਕਰ ਦਿੱਤਾ ਸੀ ਵੀ ਸ਼ਰਦਕ ਮੇਸ਼ਕ ਅਬੇਦਨਗੋ ਕੌਣ ਸੀਗੇ। ਉਹ ਖੁਦਾ ਦੇ ਖਾਸ ਲੋਕ ਸੀਗੇ ਜਿਨ੍ਹਾਂ ਨੇ ਕੀ ਕੀਤਾ, ਖੁਦਾ ਦੇ ਵਚਨ ਦੇ ਲਈ ਆਪਣੀ ਜਾਨਾਂ ਦੇ ਲਈ ਵੀ ਉਹਨਾਂ ਨੇ ਸੋਚਿਆ ਨਹੀਂ। ਉਹ ਕਹਿੰਦੇ ਪ੍ਰਭੂ ਜੀ ਸਾਡੀ ਜਾਨ ਤੇਰੀ ਹੈ, ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਸਮਰਪਿਤ ਕਰਦੇ ਹਾਂ। ਠੀਕ ਹੈ ਨਾ। ਉਹਨਾਂ ਨੇ ਚੱਕ ਕੇ ਹੱਥ ਪੈਰ ਬੰਨੇ ਅੱਗ ਦੀ ਭੱਠੀ 'ਚ ਸਿੱਟ ਦਿੱਤਾ, ਲੇਕਿਨ ਉਸ ਅੱਗ ਦੀ ਭੱਠੀ ਦੇ ਵਿੱਚ ਉਹਨਾਂ ਦਾ ਕੋਈ ਨਾਸ਼ ਨਹੀਂ ਹੋਇਆ, ਕਿਉਂਕਿ ਅਸਲੀ ਅੱਗ ਉੱਥੇ ਪਹਿਲੀ ਹਾਜ਼ਰ ਸੀ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ। ਉਹ ਪਿਲਰ ਆਫ ਫਾਇਰ ਅੱਗ ਦੀ ਭੱਠੀ ਵਿੱਚ ਚਲਾ ਗਿਆ ਤੇ ਉਹਨੇ ਉਹਨਾਂ ਨੂੰ ਜਲਣ ਨਹੀਂ ਦਿੱਤਾ, ਕਿਉਂਕਿ ਖੁਦਾਵੰਦ ਕੀ ਕਰਦਾ, ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਜੇ ਖੁਦਾ ਚਾਹੁੰਦਾ ਤੇ ਉਸ ਜਗ੍ਹਾ ਦੇ ਵਿੱਚ ਹੁਕਮ ਕਰਦਾ ਤੇ ਅੱਗ ਵੈਸੇ ਬੁਝ ਸਕਦੀ ਸੀ। ਉੱਥੇ ਤੂਫਾਨ ਲਿਆ ਸਕਦਾ ਸੀ, ਪਾਣੀ ਲਿਆ ਸਕਦਾ ਸੀਗਾ, ਵਰਖਾ ਲਿਆ ਸਕਦਾ ਸੀ ਤਾਂ ਕਿ ਅੱਗ ਬੁਝ ਜਾਵੇ। ਲੇਕਿਨ ਖੁਦਾ ਨੇ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਜਾਣ ਦਿੱਤਾ ਤਾਂ ਕਿ ਉਹ ਆਪਣੇ ਲੋਕਾਂ ਨੂੰ ਪਰਖ ਦੇ ਵਿੱਚੋਂ ਕੱਢੇ ਤੇ ਉਹ ਲੋਕ ਨਮੂਨਾ ਪੇਸ਼ ਹੋਣ। ਖੁਦਾਵੰਦ ਇਸ ਕਰਕੇ ਆਪਣੇ ਲੋਕਾਂ ਨੂੰ ਪਰਖਦਾ ਆ ਤਾਂ ਕਿ ਉਹ ਨਮੂਨੇ ਬਣਨ, ਤੇ ਖੁਦਾਵੰਦ ਨਮੂਨਿਆਂ ਨੂੰ ਪਸੰਦ ਕਰਦਾ ਆ। ਨਬੀ ਕਹਿੰਦਾ ਹਰੇਕ ਪ੍ਰੀਖਿਆ ਆਪਕੋ ਸੁਧਾਰਤੀ ਹੈ। ਜੇ ਤੁਸੀਂ ਪਰਖੇ ਜਾਂਦੇ ਹੋ ਤੇ ਉਹ ਤੁਹਾਡੇ ਸੁਧਾਰ ਵਾਸਤੇ ਹੁੰਦਾ ਹੈ। ਜੇ ਤੁਹਾਡੇ ਤੇ ਕੋਈ ਤੰਗੀ ਮੁਸੀਬਤ ਆ ਗਈ, ਕੋਈ ਬਿਮਾਰੀ ਆ ਗਈ, ਕੋਈ ਵੀ ਕਿਸੇ ਤਰ੍ਹਾਂ ਦੀ ਕੰਡੀਸ਼ਨ ਆ ਗਈ, ਤੇ ਉਹ ਕੀ ਕਰਦਾ, ਪ੍ਰਭੂ ਜਾਣਬੁੱਝ ਕੇ ਇਸ ਤਰ੍ਹਾਂ ਕਰਦਾ ਤਾਂ ਕਿ ਤੁਸੀਂ ਪਰਖੇ ਜਾਵੋ ਵੀ ਕਿੰਨੇ ਕੁ ਮਜ਼ਬੂਤ ਹੋ ਤੁਸੀਂ ਵਚਨ ਦੇ ਵਿੱਚ। ਕੀ ਇਬਰਾਹਿਮ ਨਹੀਂ ਪਰਖਿਆ ਗਿਆ? ਕੀ ਦਾਨੀਅਲ ਨਹੀਂ ਪਰਖਾ ਗਿਆ? ਕੀ ਸ਼ਰਦਕ ਮੇਸ਼ਕ ਅਬੇਦਨਗੋ ਨੂੰ ਅੱਗ ਦੀ ਭੱਠੀ ਵਿੱਚ ਨਹੀਂ ਜਾਣਾ ਪਿਆ? ਉਹ ਸਭ ਗਏ, ਪਰਖੇ ਗਏ ਤੇ ਪਰਫੈਕਟ ਹੋ ਕੇ ਬਾਹਰ ਨਿਕਲੇ। ਯੂਸਫ ਵੱਲ ਵੇਖੋ, ਕਿੱਦਾਂ ਯੂਸਫ ਜੇਲ੍ਹ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਸੀਗਾ, ਲੇਕਿਨ ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਇਆ ਤੇ ਇੱਕ ਸਿੰਘਾਸਨ ਤੇ ਵਿਰਾਜਮਾਨ ਹੋ ਗਿਆ, ਕਿਉਂਕਿ ਉਹ ਜਿੱਤ ਗਿਆ ਸੀਗਾ। ਉਹਨਾਂ ਤੰਗੀਆਂ ਮੁਸੀਬਤਾਂ ਪਰਖਾਂ ਵਿੱਚੋਂ ਜਿੱਤ ਪ੍ਰਾਪਤ ਕਰਕੇ ਉਹ ਉਸ ਸਿੰਘਾਸਨ ਤੇ ਬੈਠਿਆ ਜਾ ਕੇ ਯੂਸਫ। ਏਦਾਂ ਖੁਦਾ ਨੇ ਉਹਨੂੰ ਨਹੀਂ ਬਿਠਾ ਦਿੱਤਾ। ਅੱਜ ਬੰਦਾ ਕਹਿੰਦਾ ਵੀ ਮੈਂ ਕੁਛ ਨਾ ਕਰਾਂ ਤੇ ਮੇਰਾ ਰੈਪਚਰ ਹੋ ਜਾਵੇ, ਏਦਾਂ ਨਹੀਂ ਹੋ ਸਕਦਾ।
ਜੇ ਖੁਦਾ ਦਾ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ, ਤੁਹਾਨੂੰ ਬੈਠਣ ਨਹੀਂ ਦੇਵੇਗਾ। ਤੁਸੀਂ ਖੁਦਾ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋਗੇ। ਤੁਸੀਂ ਖੁਦਾ ਦੇ ਲਈ ਰੂਹਾਂ ਨੂੰ ਜਿੱਤੋਗੇ। ਤੁਸੀਂ ਖੁਦਾ ਦੇ ਲਈ ਆਪਣਾ ਜੀਵਨ ਲੋਕਾਂ ਅੱਗੇ ਪੇਸ਼ ਕਰੋਗੇ। ਖੁਦਾ ਦੇ ਲਈ ਕਰੋਗੇ ਸਭ ਕੁਝ। ਇਸ ਕਰਕੇ ਨਬੀ ਕਹਿੰਦਾ, नबी ने कहा, खुदा कलीसिया को तनाव में आने देता है, वह बीमारी को आने देता है, वह शैतान को कहता कि आपको परखे। खुदाबंद कई बार खुद अपने लोगों के ऊपर बीमारियां, परेशानियां, तंगियां भेज देता ताकि वो परख कर सके भी तुसी किन्ने क मजबूत हो, ਤੁਹਾਡੇ ਦਾਅਵੇ ਕਿੰਨੇ ਕ ਮਜ਼ਬੂਤ ਹੋ, ਜੋ ਤੁਸੀਂ ਕਹਿੰਦੇ ਵੀ ਮੈਂ ਮਸੀਹ ਆ। ਜੇ ਤੁਸੀਂ ਮਸੀਹ ਹੋ ਤੇ ਬਾਈਬਲ ਬਿਆਨ ਕਰਦੀ ਆ ਹਰ ਇੱਕ ਮਸੀਹ ਸਤਾਇਆ ਜਾਵੇਗਾ। ਇਸ ਕਰਕੇ ਸਾਡੇ ਯੁੱਗ ਦਾ ਨਬੀ ਕਹਿੰਦਾ, ਜੇ ਸ਼ੈਤਾਨ ਤੁਹਾਡੇ ਮਗਰ ਨਹੀਂ ਆ ਤੇ ਤੁਹਾਡੇ ਅੰਦਰ ਹੀ ਬੈਠਾ ਆ। ਜੇ ਤੁਸੀਂ ਸਤਾਏ ਨਹੀਂ ਜਾ ਰਹੇ ਵਚਨ ਦੇ ਲਈ ਤੇ ਸ਼ੈਤਾਨ ਫਿਰ ਕੀ ਆ, ਤੁਹਾਡੇ ਅੰਦਰ ਬੈਠਾ ਹੋਇਆ ਆ। ਇਸ ਕਰਕੇ ਕੋਈ ਵੀ ਪਰਖ ਆਂਦੀ ਆ, ਉਹਦੇ ਵਿੱਚੋਂ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਲੋਕ ਹੀ ਪਾਸ ਹੁੰਦੇ ਆ, ਬਾਕੀ ਸਭ ਫੇਲ ਹੋ ਜਾਂਦੇ। ਮਿਸਰ ਦੇ ਵਿੱਚੋਂ ਲੱਖਾਂ ਦੇ ਲੱਖ ਆਏ, ਲੇਕਿਨ ਕਨਾਨ ਦੇ ਵਿੱਚ ਕੌਣ ਗਿਆ? ਯਹੋਸ਼ੂਆ ਤੇ ਕਲੇਬ। ਬਾਕੀ ਸਭ ਖੁਦਾ ਨੇ ਮਾਰ ਦਿੱਤੇ। 40 ਦਿਨ ਦਾ ਸਫ਼ਰ 40 ਸਾਲ ਲਗਾ ਦਿੱਤੇ ਤਾਂ ਕਿ ਉਹ ਲੋਕਾਂ ਨੂੰ ਸਿਖਾ ਸਕੇ, ਲੇਕਿਨ ਲੋਕਾਂ ਨੇ ਸਿੱਖਿਆ ਹੀ ਨਹੀਂ। ਉਹਨਾਂ ਨੇ ਬੁੜਬੁੜ ਕੀਤੀ ਆਪਣੇ ਸੇਵਕ ਦੇ ਪ੍ਰਤੀ। ਮੂਸਾ ਦੇ ਖਿਲਾਫ ਬੁੜਬੁੜਾਏ, ਯਹੋਸ਼ੂਆ ਦੇ ਖਿਲਾਫ ਬੁੜਬੁੜਾਏ, ਤੇ ਕੀ ਹੋਇਆ? ਉਹਨਾਂ ਨੂੰ ਮਿਲਿਆ ਕੀ ਫਿਰ? ਕਿਉਂਕਿ ਬਾਈਬਲ ਬਿਆਨ ਕਰਦੀ ਆ, ਬਾਈਬਲ ਦੇ ਵਿੱਚ ਲਿਖਿਆ ਆ, ਪਾਪ ਦੀ ਮਜ਼ਦੂਰੀ ਮੌਤ ਹੈ। ਪਾਪ ਦੀ ਮਜ਼ਦੂਰੀ ਜਿਹੜਾ ਬੰਦਾ ਕਰਦਾ ਉਹਨੂੰ ਮੌਤ ਮਿਲੇਗੀ। ਤੇ ਪਾਪ ਦੀ ਮਜ਼ਦੂਰੀ ਕਰਦਾ ਕੌਣ ਆ, ਇਹ ਵੀ ਪਤਾ ਹੋਣਾ ਚਾਹੀਦਾ। ਪਾਪ ਦੀ ਮਜ਼ਦੂਰੀ ਹਮੇਸ਼ਾ ਸਰੀਰਕ ਬੰਦਾ ਕਰਦਾ, ਜਿਹੜਾ ਸਰੀਰ ਦੇ ਵਿਸ਼ਿਆਂ ਦੇ ਨਾਲ ਜੁੜਿਆ ਰਹਿੰਦਾ, ਉਹ ਪਾਪ ਦੀ ਮਜ਼ਦੂਰੀ ਕਰਦਾ। ਤੇ ਜਿਹੜਾ ਬੰਦਾ ਪਾਪ ਦੀ ਮਜ਼ਦੂਰੀ ਕਰੇਗਾ ਉਹਨੂੰ ਮੌਤ ਮਿਲਣੀ ਹੀ ਮਿਲਣੀ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ। ਕਿਉਂਕਿ ਬਾਈਬਲ, ਮੈਂ ਨਹੀਂ ਕਹਿੰਦਾ ਵੀ ਮੈਂ ਇਸ ਤਰ੍ਹਾਂ ਕਹਿ ਰਿਹਾ ਆ, ਇਹ ਬਾਈਬਲ ਦੇ ਵਿੱਚ ਲਿਖਿਆ ਆ, ਪਾਪ ਦੀ ਮਜ਼ਦੂਰੀ ਮੌਤ ਹੈ। ਜਿਹੜਾ ਬੰਦਾ ਪਾਪ ਦੀ ਮਜ਼ਦੂਰੀ ਕਰੂਗਾ ਉਹਨੂੰ ਮੌਤ ਮਿਲਣੀ ਆ, ਕਿਉਂਕਿ ਕੁਛ ਨਾ ਕੁਛ ਤਾਂ ਮਿਲਦਾ ਆ। ਜੇ ਅੱਜ ਖੁਦਾ ਦੇ ਲੋਕ ਇੰਨੇ ਦੁੱਖ ਮੁਸੀਬਤਾਂ ਵਿੱਚ ਭਗਤੀ ਕਰ ਰਹੇ ਆ ਖੁਦਾ ਦੀ, ਤੇ ਖੁਦਾ ਕਹਿੰਦਾ ਵੀ ਮੈਂ ਤੁਹਾਨੂੰ ਲੈ ਇਨਾਮ ਤਾਂ ਖੁਦਾ ਨੇ ਦੇਣਾ ਆ। ਜਿਨ੍ਹਾਂ ਨੇ ਪਾਪ ਦੀ ਮਜ਼ਦੂਰੀ ਕਰਨੀ, ਇਨਾਮ ਉਹਨੂੰ ਵੀ ਮਿਲਣਾ। ਜਿਹਨੇ ਖੁਦਾ ਦੀ ਆਗਿਆਕਾਰੀ ਕਰਨੀ ਆ, ਖੁਦਾ ਦੇ ਕੰਮਾਂ ਦੀ ਮਜ਼ਦੂਰੀ ਕਰਨੀ ਹੈ, ਖੁਦਾ ਨੇ ਇਨਾਮ ਦੋਨਾਂ ਨੂੰ ਦੇਣਾ। ਇੱਕ ਨੂੰ ਇਨਾਮ ਦੇ ਵਿੱਚ ਰੈਪਚਰ ਮਿਲੇਗਾ, ਇੱਕ ਨੂੰ ਇਨਾਮ ਦੇ ਵਿੱਚ ਅਥਾਹ ਕੁੰਡ ਮਿਲੇਗਾ। ਇਸ ਕਰਕੇ ਤੁਸੀਂ ਆਪਣੇ ਜੀਵਨਾਂ ਨੂੰ ਚੈੱਕ ਕਰੋ ਵੀ ਕੀ ਤੁਸੀਂ ਖੁਦਾ ਦੀ ਪਰਖ ਦੇ ਵਿੱਚੋਂ ਪਾਸ ਹੋ ਰਹੇ ਹੋ। ਕਿਤੇ ਖੁਦਾ ਤੁਹਾਨੂੰ ਪਰਖਦਾ ਹੋਵੇ ਤੇ ਤੁਸੀਂ ਵਚਨ ਤੋਂ ਬਾਹਰ ਚਲੀ ਜਾ ਰਹੇ ਹੋ, ਤੁਸੀਂ ਕਹਿੰਦੇ ਮੈਂ ਪਰਖ ਚੋਂ ਨਹੀਂ ਪਾਸ ਹੋਣਾ, ਫਿਰ ਤੁਸੀਂ ਖੁਦਾ ਦਾ ਬੀਜ ਨਹੀਂ ਹੋ। ਕਿਉਂਕਿ ਖੁਦਾ ਦੇ ਧੀਆਂ ਪੁੱਤਰ, ਬਾਈਬਲ ਬਿਆਨ ਕਰਦੀ ਹੈ, ਪਰਤਾਏ ਜਾਂਦੇ ਆ। ਉਹ ਆਪਣੇ ਲੋਕਾਂ ਨੂੰ ਪਰਖਦਾ ਆ ਵੀ ਇਹ ਮੇਰੇ ਯੋਗ ਹੈ ਜਾਂ ਨਹੀਂ ਹੈ। ਖੁਦਾਵੰਦ ਗੱਲਾਂ ਕਰਨ ਵਾਲੇ ਬੰਦੇ ਨੂੰ ਪਸੰਦ ਨਹੀਂ ਕਰਦਾ, ਉਹ ਉਸ ਮਨੁੱਖ ਨੂੰ ਪਸੰਦ ਕਰਦਾ ਜਿਹੜਾ ਖੁਦਾਵੰਦ ਨੂੰ ਕਹਿੰਦਾ, ਪ੍ਰਭੂ ਜੀ ਮੈਂ ਹਾਜ਼ਰ ਹਾਂ। ਖੁਦਾ ਕਹਿੰਦਾ ਆਹ ਕੰਮ ਕਰਨਾ, ਪ੍ਰਭੂ ਜੀ ਮੈਂ ਹਾਜ਼ਰ ਹਾਂ। ਪ੍ਰਭੂ ਦਾ ਵਚਨ ਕਹਿੰਦਾ ਤੂੰ ਆਹ ਕੰਮ ਕਰਨਾ, ਉਹ ਕਹਿੰਦਾ ਮੈਂ ਹਾਜ਼ਰ ਹਾਂ। ਲੇਕਿਨ ਜਿਹੜਾ ਬੰਦਾ ਖੁਦਾ ਦੇ ਵਚਨ ਨੂੰ ਤੁੱਛ ਸਮਝਦਾ ਆ, ਉਹ ਸ਼ੈਤਾਨ ਦਾ ਬੀਜ ਹੈ। ਤੇ ਸ਼ੈਤਾਨ ਦਾ ਬੀਜ ਕਦੇ ਵੀ ਖੁਦਾ ਦੇ ਰਾਜ 'ਚ ਦਾਖਲ ਨਹੀਂ ਹੋਵੇਗਾ। ਭਗਤੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ। ਕਿਉਂਕਿ ਸਾਡੇ ਯੁੱਗ ਦੇ ਨਬੀ ਭਾਈ ਬ੍ਰੈਨਮ ਨੇ ਕਿਹਾ ਵੀ ਜਿਹੜਾ ਕੈਨ ਸੀਗਾ ਉਹ ਵੀ ਬੜਾ ਵੱਡਾ ਭਗਤ ਸੀਗਾ, ਉਹ ਵੀ ਸਟੂਡੈਂਟ ਸੀਗਾ, ਖੁਦਾ ਤੋਂ ਸਿੱਖਦਾ ਸੀਗਾ, ਸਭ ਕੁਝ ਕਰਦਾ ਸੀਗਾ, ਲੇਕਿਨ ਉਹ ਸ਼ੈਤਾਨ ਦਾ ਬੀਜ ਸੀਗਾ। ਠੀਕ ਹੈ ਨਾ? ਇਸ ਕਰਕੇ ਸ਼ੈਤਾਨ ਦੇ ਬੀਜ ਖੁਦਾ ਦੇ ਰਾਜ 'ਚ ਨਹੀਂ ਜਾਣਗੇ। ਖੁਦਾ ਦੇ ਰਾਜ ਦੇ ਵਿੱਚ ਸਿਰਫ ਉਹੀ ਜਾਵੇਗਾ ਜਿਹੜਾ ਖੁਦਾ ਦਾ ਬੀਜ ਆ। ਇਹ ਸਾਰਾ ਮਸਲਾ ਬੀਜਾਂ ਦਾ ਹੀ ਆ। ਇਸ ਕਰਕੇ ਆਪਣੇ ਆਪ ਨੂੰ ਚੈੱਕ ਕਰੋ ਵੀ ਤੁਹਾਡੇ ਅੰਦਰ ਕਿਹਦਾ ਬੀਜ ਆ। ਜੇ ਤੁਸੀਂ ਖੁਦਾ ਦਾ ਕੰਮ ਕਰਦੇ ਹੋ ਤਾਂ ਤੁਸੀਂ ਖੁਦਾ ਦੇ ਬੀਜ ਹੋ। ਜੇ ਤੁਸੀਂ ਸਰੀਰਕ ਕੰਮ ਕਰਦੇ ਹੋ ਤੇ ਤੁਸੀਂ ਸ਼ੈਤਾਨ ਦਾ ਬੀਜ ਹੋ। ਇਸ ਕਰਕੇ ਖੁਦਾਵੰਦ ਆਪਣੇ ਲੋਕਾਂ ਨੂੰ ਪਰਖਦਾ, ਕਿਉਂਕਿ ਖੁਦਾ ਨੂੰ ਪਤਾ ਵੀ ਮੇਰਾ ਬੰਦਾ, ਮੇਰਾ ਬੀਜ ਹੀ ਪਰਖ ਵਿੱਚੋਂ ਪਾਸ ਹੋਵੇਗਾ, ਕੋਈ ਹੋਰ ਪਰਖ ਵਿੱਚੋਂ ਪਾਸ ਨਹੀਂ ਹੋਵੇਗਾ। ਕਿੰਨੇ ਇਜ਼ਰਾਈਲੀ ਸੀਗੇ ਜਦੋਂ ਅੱਗ ਦੀ ਭੱਠੀ ਦੇ ਵਿੱਚ ਪਰਖ ਹੋਣੀ ਸੀਗੀ ਤੇ ਸ਼ਰਦਕ, ਮੇਸ਼ਕ, ਅਬੇਦਨਗੋ ਉਹਨਾਂ ਨੇ ਮੱਥਾ ਨਹੀਂ ਟੇਕਿਆ, ਕਿਉਂਕਿ ਖੁਦਾ ਦਾ ਬੀਜ ਸੀ। ਉਹ ਪਰਖ ਦੇ ਵਿੱਚੋਂ ਪਾਸ ਹੋਏ ਤੇ ਅੱਜ ਬਾਈਬਲ ਦੇ ਵਿੱਚ ਉਹਨਾਂ ਦੇ ਨਾਮ ਦਰਜ ਆ। ਲੇਕਿਨ ਜਿਹੜੇ ਲੋਕ ਝੁਕ ਗਏ ਉਹ ਕੀ ਸੀ? ਉਹ ਸਭ ਝੂਠੇ ਦਾਅਵੇ ਵਾਲੇ ਸੀਗੇ। ਜਦੋਂ ਤੰਗੀ ਆਈ, ਮੁਸੀਬਤ ਆਈ ਤੇ ਉਹਨਾਂ ਨੇ ਮੱਥਾ ਟੇਕਤਾ। ਲੇਕਿਨ ਖੁਦਾ ਦਾ ਵਚਨ ਕਹਿੰਦਾ ਤੁਸੀਂ
ਤੰਗੀਆਂ ਮੁਸੀਬਤਾਂ ਸ਼ੈਤਾਨ ਦੀਆਂ ਚਲਾਕੀਆਂ, ਜਦੋਂ ਸ਼ੈਤਾਨ ਤੁਹਾਡੇ ਨਾਲ ਚਲਾਕੀਆਂ ਕਰਦਾ, ਬਿਮਾਰੀਆਂ ਭੇਜਦਾ, ਦ੍ਰਿੜ ਹੋ ਕੇ ਖੜ ਜਾਵੋ, ਕਹੋ ਮੈਂ ਖੁਦਾ ਦਾ ਬੀਜ ਹਾਂ, ਇਹ ਬਿਮਾਰੀ ਇਹ ਤੰਗੀ ਮੁਸੀਬਤ ਤੂੰ ਮੇਰਾ ਕੁਝ ਨਹੀਂ ਕਰ ਸਕਦੀ। ਤੁਸੀਂ ਪਰਖ ਦੇ ਵਿੱਚੋਂ ਪਾਸ ਹੋਣਾ ਹੈ, ਆਪਣੇ ਆਪ ਨੂੰ ਪਰਫੈਕਟ ਕਰਨਾ ਹੈ। ਪ੍ਰਭੂ ਯੀਸ਼ੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪ੍ਰਭੂ ਜੀ, ਤੇਰਾ ਧੰਨਵਾਦ ਕਰਦਾ ਪ੍ਰਭੂ ਜੀ, ਜੋ ਸੰਦੇਸ਼ ਤੂੰ ਅੱਜ ਦਿੱਤਾ ਹੈ ਪਰਖ ਦਾ ਖੁਦਾਵੰਦਾ। ਸੱਚਮੁੱਚ ਮੇਰੇ ਮਹਾਨ ਪਿਤਾ ਤੂੰ ਆਪਣੇ ਲੋਕਾਂ ਨੂੰ ਪਰਖਦਾ ਹੈ ਖੁਦਾਵੰਦ। ਜੋ ਖੁਦਾਵੰਦ ਪਰਖ ਵਿੱਚੋਂ ਪਾਸ ਨਹੀਂ ਹੁੰਦਾ ਮੇਰੇ ਮਹਾਨ ਪਿਤਾ, ਜੋ ਭੱਜ ਜਾਂਦਾ ਹੈ ਮੈਦਾਨ ਦੇ ਵਿੱਚੋਂ ਖੁਦਾਵੰਦਾ, ਜੰਗ ਦੇ ਮੈਦਾਨ 'ਚ ਜਿਹੜਾ ਮਨੁੱਖ ਭੱਜਦਾ ਹੈ ਉਹ ਖੁਦਾਵੰਦ ਤੇਰਾ ਬੀਜ ਨਹੀਂ ਹੈ ਖੁਦਾਵੰਦ। ਲੇਕਿਨ ਜਿਹੜਾ ਮਨੁੱਖ ਜੰਗ ਦੇ ਮੈਦਾਨ ਦੇ ਵਿੱਚ ਡਟਿਆ ਰਹਿੰਦਾ ਹੈ ਖੁਦਾਵੰਦ, ਉਹੀ ਤੇਰਾ ਬੀਜ ਹੈ ਖੁਦਾਵੰਦ, ਤੇ ਉਹ ਹਮੇਸ਼ਾ ਪਰਖ ਵਿੱਚੋਂ ਵੀ ਪਾਸ ਹੋ ਜਾਂਦਾ ਹੈ। ਕਿਉਂਕਿ ਖੁਦਾਵੰਦ ਜਦੋਂ ਸ਼ਰਦਕ ਮੇਸ਼ਕ ਅਬੇਦਨਗੋ ਨੂੰ ਅੱਗ ਦੀ ਭੱਠੀ 'ਚ ਸਿੱਟਿਆ ਗਿਆ ਤੇ ਮੇਰੇ ਮਹਾਨ ਪਿਤਾ ਉਹ ਮਹਿਮਾ ਕਰਦੇ ਹੋਏ ਉਸ ਅੱਗ ਦੀ ਭੱਠੀ ਵਿੱਚ ਚਲੇ ਗਏ, ਲੇਕਿਨ ਤੂੰ ਉਹਨਾਂ ਦਾ ਕੁਝ ਵਿਗਾੜ ਨਹੀਂ ਹੋਣ ਦਿੱਤਾ। ਜਦੋਂ ਦਾਨੀਏਲ ਨੂੰ ਸ਼ੇਰਾਂ ਦੇ ਘੋੜੇ ਵਿੱਚ ਸਿੱਟਿਆ ਗਿਆ, ਉਹ ਸ਼ੇਰਾਂ ਦੇ ਮੂੰਹ ਤੋਂ ਬੰਦ ਕਰ ਦਿੱਤੇ ਖੁਦਾਵੰਦ, ਕਿਉਂਕਿ ਤੂੰ ਜਾਣਦਾ ਸੀ ਦਾਨੀਏਲ ਤੇਰਾ ਬੀਜ ਹੈ। ਸੱਚਮੁੱਚ ਮੇਰੇ ਮਹਾਨ ਪਿਤਾ ਤੂੰ ਆਪਣੇ ਲੋਕਾਂ ਦੇ ਨਾਲ ਹੈ ਖੁਦਾਵੰਦ। ਤੇ ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਜਦੋਂ ਕੋਈ ਪਰਖ ਆਂਦੀ ਹੈ ਤੇ ਤੇਰੇ ਲੋਕ ਹੀ ਪਰਖਾਂ ਵਿੱਚੋਂ ਬਾਹਰ ਨਿਕਲ ਸਕਦੇ ਹਨ, ਤੰਗੀਆਂ ਮੁਸੀਬਤਾਂ ਵਿੱਚੋਂ ਨਿਕਲ ਸਕਦੇ ਹਨ ਖੁਦਾਵੰਦਾ, ਕਿਉਂਕਿ ਬਾਕੀ ਲੋਕ ਤਾਂ ਭੱਜ ਜਾਂਦੇ ਹਨ ਖੁਦਾਵੰਦ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਉਹ ਮੁਸੀਬਤਾਂ ਨੂੰ ਦੇਖ ਕੇ ਭੱਜਦੇ ਹਨ, ਲੇਕਿਨ ਤੇਰਾ ਬੀਜ ਕਦੇ ਭੱਜਦਾ ਨਹੀਂ ਹੈ, ਤੇਰਾ ਸੀਡ ਕਦੇ ਭੱਜਦਾ ਨਹੀਂ ਹੈ ਖੁਦਾਵੰਦ, ਕਿਉਂਕਿ ਉਹ ਜਾਣਦਾ ਹੈ ਖੁਦਾਵੰਦ ਵੀ ਤੂੰ ਜੋ ਕਿਹਾ ਹੈ ਉਹ ਸੱਚ ਹੈ ਤੇ ਆਮੀਨ ਹੈ। ਤੇ ਸੱਚਮੁੱਚ ਖੁਦਾਵੰਦਾ ਕੋਈ ਮੌਤ ਵੀ ਸਾਨੂੰ ਤੇਰੇ ਤੋਂ ਅੱਡ ਨਹੀਂ ਕਰ ਸਕਦੀ ਖੁਦਾਵੰਦ, ਕੋਈ ਪੈਸਾ ਕੋਈ ਧਨ ਦੌਲਤ ਖੁਦਾਵੰਦ ਸਾਨੂੰ ਤੇਰੇ ਤੋਂ ਅੱਡ ਨਹੀਂ ਕਰ ਸਕਦੀ, ਕਿਉਂਕਿ ਅਸੀਂ ਜਾਣਦੇ ਹਾਂ ਪ੍ਰਭੂ ਜੀ ਅਸੀਂ ਖੁਦਾਵੰਦ ਪ੍ਰਭੂ ਜੀ ਤੇਰੇ ਬੀਜ ਹਾਂ ਖੁਦਾਵੰਦਾ, ਅਸੀਂ ਤੇਰੇ ਧੀਆਂ ਤੇ ਪੁੱਤਰ ਹਾਂ, ਤੇ ਤੂੰ ਖੁਦਾਵੰਦ ਆਪਣੀ ਦੁਲਹਨ ਨੂੰ ਬਹੁਤ ਜਲਦੀ ਲੈਣ ਆ ਰਿਹਾ ਹੈ ਖੁਦਾਵੰਦ, ਤੂੰ ਜਲਦੀ ਆ, ਤੇਰੀ ਦੁਲਹਨ ਪ੍ਰਭੂ ਜੀ ਤੇਰਾ ਇੰਤਜ਼ਾਰ ਕਰਦੀ ਹੈ। ਪ੍ਰਭੂ ਯੀਸ਼ੂ ਮਸੀਹ ਤੁਸੀਂ ਸਾਰਿਆਂ ਨੂੰ ਬਰਕਤ ਦਿਓ। ਤੇਰਾ ਧੰਨਵਾਦ ਕਰਦਾ ਅੱਜ ਦੇ ਸੰਦੇਸ਼ ਦੇ ਲਈ, ਤੇਰੇ ਪਿਆਰੇ ਮਿੱਠੇ ਜਲਾਲੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ।